ਨਿਸ਼ਾਨੀ ਚੰਦ ਮਾਤਾ ਦਿਸ਼ ਤੇ ਮੌਨ ਕਰ ਬੈਠੇ ਸਭ ਜਾਣੈ। ਹੋਏ ਭਵਿੱਖਤ ਮੈਂ ਜਥਾ ਕਹਿ ਬੋ ਨੈ ਮਾਨੈ। ਇਸ ਬਿਦ ਬੀਤੇ ਕਿਤਕ ਦਿਨ ਬਿਸਮਾਵਤ ਮਾਈ। ਹਿਤ ਬੋਲਣ ਦ੍ਰਿੜ ਬੁੱਧ ਕਰ ਨੰਦਨ ਟਿਗ ਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਜੁੜ ਬੈਠੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਧੰਤਾ ਦੇ ਪਾਤਰ ਹੋ। ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਲਾ ਪ੍ਰੀਤਮ ਸਤਿਗੁਰਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਮਨਾ ਰਹੇ। ਅੱਜ ਦੇ ਦਿਨ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਪਿਤਾ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਕਿਸ਼ਨ ਕੋਇਰ ਜੀ ਦੀ ਕੁੱਖ ਤੋਂ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਵਧਾਈਆਂ ਵੱਜੀਆਂ, ਖੁਸ਼ੀਆਂ ਹੋਈਆਂ। ਗੁਰੂ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਜਨਮ ਹੋਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਨਸ ਵੰਜੋ ਕਿਲ ਬਖੋ ਕਰਤਾ ਘਰ ਆਇਆ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਲ ਅਵਸਥਾ 'ਚ ਹੀ ਮਹਾਰਾਜ ਜੀ ਰਹੇ ਨੇ। ਬਾਲ ਅਵਸਥਾ ਵਿੱਚ ਹੀ ਸਤਵੇਂ ਪਾਤਸ਼ਾਹ ਤੋਂ ਬਾਅਦ ਗੁਰਗੱਦੀ 'ਤੇ ਬੈਠੇ। ਅਨੇਕਾਂ ਜੀਵਾਂ ਦੀ ਕਲਿਆਣ, ਮੂਰਖਾਂ ਦੇ ਸਿਰ 'ਤੇ ਛੜੀਆਂ ਰੱਖ ਕੇ ਤਿੰਨਾਂ ਨੂੰ ਪੰਡਤ ਬਣਾਇਆ। ਰੋਗੀਆਂ ਤੇ ਸੋਗੀਆਂ ਦੇ ਰੋਗ ਸੋਗ ਨਿਵਾਰੇ। ਐਸੇ ਪਰਮ ਦਿਆਲੂ ਤੇ ਕਿਰਪਾਲੂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲ ਅਵਸਥਾ ਵਿੱਚ ਹੀ ਜੋਤੀ ਜੋਤ ਸਮਾਏ। ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਇਹ ਬਚਨ ਲਿਖਿਆ, ਸਰੀਰ ਬਾਲ ਰੂਪ ਵਿੱਚ ਹੈ। ਵੇਖਣ ਨੂੰ ਇਸ ਤਰ੍ਹਾਂ ਹੈ ਕਿ ਬਾਲਕ ਸਰੀਰ ਹੈ, ਛੋਟਾ ਸਰੀਰ ਹੈ, ਪਰ ਜਿਹੜੀ ਅੰਦਰ ਜੋਤ ਹੈ ਉਹ ਬੜੀ ਵਿਸ਼ਾਲ ਹੈ। ਉਹਨੂੰ ਮਾਪਿਆ ਨਹੀਂ ਜਾ ਸਕਦਾ, ਮਿਣਿਆ ਨਹੀਂ ਜਾ ਸਕਦਾ, ਉਹਦੀ ਹੱਦਬੰਦੀ ਨਹੀਂ ਕੀਤੀ ਜਾ ਸਕਦੀ, ਉਹਦਾ ਪਾਰ ਉਰਾਰ ਨਹੀਂ ਪਾਇਆ ਜਾ ਸਕਦਾ। ਤੇ ਕਲਗੀਧਰ ਸਵਾਮੀ ਜੀ ਨੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸੋਭਾ ਵਰਣਨ ਕਰਦਿਆਂ ਇਹ ਬਚਨ ਲਿਖੇ ਨੇ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੇ ਦੁੱਖ ਚਲੇ ਜਾਂਦੇ ਹਨ। ਐਸੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਧਿਆਈਏ, ਐਸੇ ਸਤਿਗੁਰੂ ਜੀ ਦੀ ਆਰਾਧਨਾ ਕਰੀਏ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਹੀ ਦੁੱਖ ਦੂਰ ਹੋ ਜਾਂਦੇ ਹਨ।
ਐਸੇ ਪਰਮ ਦਿਆਲੂ ਕਿਰਪਾਲੂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਦਇਆ ਨਿਧ ਅੰਤਰਯਾਮੀ ਕਲਗੀਧਰ ਪੰਥ ਦੇ ਵਾਲੇ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਐਸੇ ਦੀਨ ਦਿਆਲ ਸਤਿਗੁਰੂ ਜੀ ਦੀ ਪਾਵਨ ਜੀਵਨ ਗਾਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਔਰ ਭਾਵਨਾ ਸਾਹਿਤ ਸਰਵਣ ਕਰ ਰਹੇ। ਲੇਪਣੀ ਸਿੱਖ ਭਾਈ ਕਾਹਨ ਸਿੰਘ ਦਾ ਵਿਆਹ ਆਪਣੀ ਹਜ਼ੂਰੀ 'ਚ ਗੁਰਦੇਵ ਨੇ ਭਾਈ ਅਜਬ ਸਿੰਘ ਕੰਧਾਰੀ ਦੀ ਸਪੁੱਤਰੀ ਨਾਲ ਕੀਤਾ ਹੈ ਔਰ ਬਚਨ ਕੀਤਾ ਲੇਪਣੀ ਸਿੰਘ ਨੂੰ, ਕਾਹਨ ਸਿੰਘ ਤੇਰੇ ਘਰ ਵਿੱਚ 5 ਪੁੱਤਰ ਜਨਮ ਲੈਣਗੇ, ਗੁਰੂ ਘਰ ਦੇ ਬੜੇ ਹੀ ਪਿਆਰੇ ਹੋਣਗੇ, ਗੁਰਸਿੱਖੀ ਦੇ ਧਾਰਨੀ ਹੋਣਗੇ। ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੀ ਨੇ ਇਹ ਕਥਾ ਸੁਣਾਈ, ਸਿੰਘਾਂ ਨੂੰ ਆਖਿਆ ਕਿ ਹੁਣ ਉਹਨਾਂ ਦੇ ਪਰਿਵਾਰ ਵਿੱਚੋਂ ਭਾਈ ਕਾਹਨ ਸਿੰਘ ਦੇ ਪਰਿਵਾਰ ਵਿੱਚੋਂ ਭਾਈ ਵਿਸਾਖਾ ਸਿੰਘ ਜੀ ਪੰਥ ਦੀ ਸੇਵਾ ਵਿੱਚ ਹਾਜ਼ਰ ਹਨ, ਮੁਖੀ ਸਿੱਖਾਂ ਵਿੱਚੋਂ ਇੱਕ ਹਨ। ਇੱਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਰੁੱਖ ਬੜਾ ਤੇਜਸਵੀ ਹੈ, ਚਿਹਰਾ ਬੜਾ ਨੂਰਾਨੀ ਹੈ, ਤੇਜ ਇੰਨਾ ਵੀ ਚੱਲਿਆ ਨਹੀਂ ਜਾਂਦਾ, ਪ੍ਰਤਾਪ ਇਤਨਾ ਹੈ, ਸਿੱਖਾਂ ਦੇ ਹਿਰਦਿਆਂ ਵਿੱਚ ਸਾਹਿਬ ਦਾ ਭੈ ਅਦਬ ਹੈ। ਬਹੁਤੇ ਸਿੱਖਾਂ ਨਾਲ ਮਹਾਰਾਜ ਜੀ ਹੁਣ ਬਚਨ ਬਿਲਾਸ ਨਹੀਂ ਕਰਦੇ, ਜ਼ਿਆਦਾ ਸਮਾਂ ਚੁੱਪ ਰਹਿੰਦੇ ਨੇ। ਸਿੱਖ ਵੇਖ ਕੇ ਹੈਰਾਨ ਨੇ ਕਿ ਅਚਾਨਕ ਕਲਗੀਧਰ ਸੁਆਮੀ ਜੀ ਗਰੀਬ ਨਵਾਜ਼ ਸਾਹਿਬ ਜੀ ਇੱਕਦਮ ਸਾਡੇ ਸਾਰਿਆਂ ਤੋਂ ਹੀ ਰੁੱਖ ਫੇਰ ਕੇ ਮੌਨ ਹੋ ਗਏ ਨੇ, ਚੁੱਪ ਹੋ ਗਏ ਨੇ। ਕਦੇ ਹੀ ਕੋਈ ਬਚਨ ਕਰਦੇ ਨੇ, ਨਹੀਂ ਤਾਂ ਬਹੁਤਾ ਸਮਾਂ ਚੁੱਪ ਹੀ ਰਹਿੰਦੇ ਹਨ। ਮਾਤਾ ਗੁਜਰੀ ਜੀ ਦੇ ਮਨ ਵਿੱਚ ਵੀ ਇਸ ਗੱਲ ਦੀ ਬੜੀ ਭਾਰੀ ਚਿੰਤਾ ਹੈ, ਖਬਰੇ ਮੇਰੇ ਲਾਲ ਨੂੰ ਕੀ ਹੋ ਗਿਆ। ਮਾਤਾ ਜੀ ਦਾ ਵੀ ਵਾਤ ਛੱਲਿਆ ਹੈ, ਉਹਨਾਂ ਅੰਦਰ ਵੀ ਮਮਤਾ ਹੈ, ਮਾਂ ਜੋ ਹਨ ਤੇ ਪੁੱਤਰ ਦੀ ਮਮਤਾ ਆ ਕੇ ਮਨ 'ਚ ਸੋਚਦੇ ਖਬਰੇ ਮੇਰੇ ਲਾਲ ਨੂੰ ਕੀ ਹੋ ਗਿਆ। ਕਈ ਵਾਰ ਗੱਲ ਕਰਨ ਦਾ ਯਤਨ ਕਰਦੇ ਨੇ, ਪਰ ਗੁਰਦੇਵ ਦਾ ਰੁੱਖ ਆਪਣੇ ਵੱਲ ਨਾ ਵੇਖ ਕੇ ਫਿਰ ਚੁੱਪ ਕਰਕੇ ਆ ਜਾਂਦੇ ਨੇ। ਤੋ ਸਤਿਕਾਰਯੋਗ ਮਾਤਾ ਗੁਜਰੀ ਜੀ ਕਲਗੀਧਰ ਜੀ ਦੇ ਨਾਲ ਬੈਠ ਕੇ ਜਿਵੇਂ ਬਚਨ ਬਿਲਾਸ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਛੰਦ ਮਾਤਾ ਦਿਸ਼ ਤੇ ਮੌਨ ਕਰ ਬੈਠੇ ਸਭ ਜਾਣੈ। ਸਾਰੀ ਸੰਗਤ ਨੂੰ ਵੀ ਪਤਾ ਹੈ ਕਿ ਸਤਿਗੁਰੂ ਜੀ ਜਿੱਥੇ ਸਿੱਖਾਂ ਨਾਲ ਵੀ ਕੋਈ ਬਚਨ ਬਹੁਤ ਘੱਟ ਕਰਦੇ ਨੇ, ਉੱਥੇ ਮਾਤਾ ਜੀ ਦੇ ਨਾਲ ਵੀ ਬਿਲਕੁਲ ਹੀ ਚੁੱਪ ਹੋ ਗਏ ਹਨ। ਹੋਏ ਭਵਿੱਖਤ ਮੈਂ ਜਥਾ ਕੈ ਬੋਨੇ ਮਾਨੈ। ਕਿਉਂਕਿ ਆਉਣ ਵਾਲੇ ਸਮੇਂ 'ਚ ਜੋ ਵਰਤਾਰਾ ਵਰਤਣਾ ਹੈ ਉਹ ਕਹਿਣਾ ਨਹੀਂ ਬਣਦਾ, ਉਹ ਕੇਵਲ ਕਲਗੀਧਰ ਜੀ ਜਾਣਦੇ ਨੇ ਵੀ ਆਉਣ ਵਾਲੇ ਸਮੇਂ 'ਚ ਕੀ ਹੋਣਾ। ਬੜਾ ਸਮੱਸਿਆਵਾਂ ਭਰਿਆ ਸਮਾਂ ਆਉਣਾ, ਚੁਣੌਤੀ ਭਰਿਆ ਸਮਾਂ ਆਉਣਾ। ਤੋ ਸਾਹਿਬ ਜੀ ਨੂੰ ਆਉਣ ਵਾਲੇ ਸਮੇਂ ਦਾ ਬੋਧ ਹੈ, ਇਸ ਕਰਕੇ ਬਹੁਤੇ ਬਚਨ ਮਹਾਰਾਜ ਜੀ ਨਹੀਂ ਕਰਦੇ, ਨਹੀਂ ਦੱਸਦੇ। ਇਸ
ਗੱਲ ਛੇੜਾਂਗੀ, ਜ਼ਰੂਰ ਬਹਿ ਕੇ ਉਹਨਾਂ ਦੇ ਨਾਲ ਬਚਨ ਕਰਾਂਗੀ, ਪੁੱਛਾਂਗੀ। ਬੈਠੇ ਹੋਤੇ ਇਕੰਤ ਤਬ ਨੈ ਸਿੱਖਨ ਪੀਰਾ। ਕਲਗੀਧਰ ਜੀ ਇਕਾਂਤ ਵਿੱਚ ਬੈਠੇ ਸਨ, ਬਹੁਤ ਜ਼ਿਆਦਾ ਸਿੱਖਾਂ ਦਾ ਇਕੱਠ ਨਹੀਂ ਸੀ। ਇੱਕਾ ਦੁੱਕਾ ਸੇਵਾਦਾਰ ਸਿੱਖ ਕਲਗੀਧਰ ਜੀ ਦੇ ਕੋਲ ਹੋਣਗੇ, ਬਾਕੀ ਸਾਰੇ ਸਿੱਖ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਵਿਅਸਤ ਨੇ। ਕਲਗੀਧਰ ਸੁਆਮੀ ਜੀ ਇਕਾਂਤ ਵਿੱਚ ਬੈਠੇ ਹਨ। ਅਭਿਨੰਦਨ ਸੁਤ ਕੋ ਕਰਤ। ਮਾਤਾ ਜੀ ਇੰਨੇ ਨੂੰ ਚੱਲ ਕੇ ਆਏ, ਬੜੇ ਸਤਿਕਾਰ ਨਾਲ ਕਲਗੀਧਰ ਜੀ ਦਾ ਅਦਬ ਕੀਤਾ। ਬੋਲੀ ਥਿਰ ਤੀਰਾ। ਔਰ ਕੋਲ ਹੋ ਕੇ ਮਾਤਾ ਗੁਜਰੀ ਜੀ ਕਲਗੀਧਰ ਜੀ ਦੇ ਨਾਲ ਬਚਨ ਕਰਕੇ ਕਹਿਣ ਲੱਗੇ, ਹੇ ਸੁਤ ਨਿਤ ਪ੍ਰਤ ਹੋਤ ਹੈ ਮੇਰੋ ਮਨ ਥੋਰਾ। ਮਾਤਾ ਜੀ ਕਹਿਣ ਲੱਗੇ, ਹੇ ਲਾਲ ਜੀ, ਹੇ ਸ਼ਿਆਮ ਜੀ। ਇੱਦਾਂ ਸ਼ਿਆਮ ਜੀ ਕਹਿ ਕੇ ਵੀ ਮਾਤਾ ਜੀ ਸੰਬੋਧਨ ਕਰਦੇ ਕਲਗੀਧਰ ਜੀ ਨੂੰ। ਹੇ ਲਾਲ ਜੀ, ਸ਼ਿਆਮ ਜੀ, ਨਿਤਾ ਪ੍ਰਤੀ ਮੇਰਾ ਮਨ ਜਿਹੜਾ ਨਾ ਉਹ ਛੀਣ ਹੁੰਦਾ ਹੈ, ਮੇਰੇ ਮਨ ਵਿੱਚ ਫਿਕਰ ਹੁੰਦਾ ਹੈ। ਪ੍ਰਥਮ ਤੁਮਾਰੇ ਪਿਤਾ ਕੋ ਹੋਇਸ ਪਰ ਲੋਕਾ। ਮੇਰੀ ਜ਼ਿੰਦਗੀ ਦੇ ਜਿਹੜੇ ਕੁਝ ਦਿਨ ਪਿੱਛੇ ਕੁਝ ਸਮਾਂ ਬੀਤਿਆ, ਉਹ ਬੜਾ ਔਖਾ ਸਮਾਂ ਬੀਤਿਆ। ਮਾਤਾ ਗੁਜਰੀ ਜੀ ਦੀ ਜ਼ਿੰਦਗੀ, ਮਾਤਾ ਜੀ ਦਾ ਜੀਵਨ, ਸਾਰਾ ਜੀਵਨ ਇੱਕ ਐਸੀ ਤਪੱਸਿਆ ਹੈ ਕਿ ਉਸ ਤਪੱਸਿਆ ਦਾ ਕੋਈ ਸਾਨੀ ਨਹੀਂ ਹੈ। ਅਕਸਰ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ ਗੱਲ ਕਰਦਿਆਂ ਕਹਿੰਦੇ ਹਾਂ, ਕਰਨੀ ਵੀ ਚਾਹੀਦੀ ਹੈ, ਕਿ 26 ਸਾਲ ਤੋਂ ਵੱਧ ਸਮਾਂ ਗੁਰਦੇਵ ਨੇ ਬਾਬਾ ਬਕਾਲਾ ਸਾਹਿਬ ਭਜਨ ਕੀਤਾ, ਗੁਪਤ ਰਹਿ ਕੇ ਤਪ ਕੀਤਾ। ਪਰ ਕਦੇ ਮਾਤਾ ਗੁਜਰੀ ਜੀ ਵੱਲ ਵੀ ਧਿਆਨ ਮਾਰੀਏ ਵੀ 26 ਸਾਲ ਉਹ ਵੀ ਦਰਵਾਜ਼ੇ ਤੇ ਬੈਠੇ ਰਹੇ ਨੇ। ਪਤ ਵਰਤਾ ਧਰਮ ਚੈਸੇ ਪਰਪੱਕ ਨੇ ਮਾਤਾ ਗੁਜਰੀ ਜੀ, ਕਿ 26 ਸਾਲ ਦਾ ਉਹ ਸਮਾਂ ਅਡੋਲ ਹੋ ਕੇ ਬੈਠੇ ਰਹੇ। ਫਿਰ ਮਾਤਾ ਜੀ ਦਾ ਜੀਵਨ ਜਿਵੇਂ ਜਿਵੇਂ ਅੱਗੇ ਵੇਖਦੇ ਹਾਂ ਕਿ ਇੱਕ ਐਸੀ ਪਤ ਵਰਤਾ ਸਤੀ ਮਾਤਾ ਗੁਜਰੀ, ਉਦੋਂ ਉਹਦੇ ਦਿਲ ਤੇ ਕੀ ਬੀਤੀ ਹੋਵੇਗੀ ਜਦੋਂ ਆਪਣੇ ਪ੍ਰਾਣਾਂ ਤੋਂ ਵੀ ਪਿਆਰੇ ਪਤੀ 9ਵੇਂ ਪਾਤਸ਼ਾਹ ਜੀ ਦਾ ਸੀਸ ਆਪਣੇ ਨੇਤਰਾਂ ਨਾਲ ਵੇਖਿਆ ਹੋਵੇਗਾ। ਹਾਲਾਂਕਿ ਮਾਤਾ ਜੀ ਉਹਨਾਂ ਸਤੀਆਂ ਚੋਂ ਨੇ ਜਿਨ੍ਹਾਂ ਸਤੀਆਂ ਦੀ ਗੱਲ ਕਹੀ ਹੈ ਨਾ, ਬਿਰਹਿ ਚੋਟ ਮਰਨ। ਕਿੰਨੀ ਵੇਦਨ ਮਾਤਾ ਜੀ ਦੇ ਹਿਰਦੇ 'ਚ ਹੋਵੇਗੀ। ਫਿਰ ਜਦੋਂ ਛੋਟੇ ਸਾਹਿਬਜ਼ਾਦੇ ਮਾਤਾ ਜੀ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਨੇ, ਹੇ ਮਾਂ ਧੰਨ ਗੁਜਰੀ ਤੂੰ ਧੰਨ ਹੈ, ਧੰਨ ਹੈ ਮਾਤਾ ਗੁਜਰੀ। ਮੇਰਾ ਨਾਂ ਗੁਜਰੀ, ਮੇਰੀ ਅਲ ਗੁਜਰੀ, ਜੋ ਆਈ ਹੈ ਮੇਰੇ ਸਿਰ ਉੱਤੇ ਸੋ ਝੱਲ ਗੁਜਰੀ। ਧੰਨ ਮਾਤਾ ਗੁਜਰੀ ਜੀ। ਬੇਨਤੀ ਕਰ ਰਹੇ ਨੇ ਕਲਗੀਧਰ ਜੀ ਨੂੰ ਕਿ ਮੈਂ ਬੜਾ ਔਖਾ ਸਮਾਂ ਆਪਣੇ ਇਹਨਾਂ ਨੇਤਰਾਂ ਨਾਲ ਵੇਖਿਆ ਹੈ। ਪ੍ਰਥਮ ਤੁਮਾਰੇ ਪਿਤਾ ਕੋ ਹੋਇਸ ਪਰ ਲੋਕਾ। ਪਹਿਲਾਂ ਤੁਹਾਡੇ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਜੀ ਸੱਚਖੰਡ ਗਏ। ਉਹਨਾਂ ਦੇ ਸੱਚਖੰਡ ਜਾਣ ਦਾ ਸਾਰਾ ਉਹਨਾਂ ਦਾ ਜਿਹੜਾ ਕੌਤਕ ਸੀ, ਉਹਨਾਂ ਦਾ ਜੋ ਸਾਕਾ ਸੀ, ਉਹ ਮੈਂ ਵੇਖਿਆ ਹੈ। ਸਿਮਰੰਤ ਮ੍ਰਿਦੁਲ ਸੁਸ਼ੀਲ ਕੋ ਉਪਜਦ ਮੁਝ ਸ਼ੋਕਾ। ਅੱਜ ਵੀ ਜਦੋਂ ਮੈਂ 9ਵੇਂ ਪਾਤਸ਼ਾਹ ਜੀ ਨੂੰ ਸਿਮਰਦੀ ਹਾਂ, ਉਹਨਾਂ ਦੇ ਸੁਸ਼ੀਲ ਕੋਮਲ ਸੁਭਾਵ ਨੂੰ ਚਿਤਵਦੀ ਹਾਂ, ਉਹਨਾਂ ਦੀ ਸੰਗਤ ਵਿੱਚ ਰਹਿ ਕੇ ਮੈਂ ਜੋ ਉਹਨਾਂ ਦੇ ਦਰਸ਼ਨ ਕੀਤੇ ਨੇ, ਉਹਨਾਂ ਦੀ ਸੋਭਾ ਸੁਣੀ ਵੇਖੀ ਹੈ, ਜਦੋਂ ਮੈਂ ਚੇਤੇ ਕਰਦੀਆਂ ਲਾਲ ਜੀ, ਅੱਜ ਵੀ ਮੇਰਾ ਉਹਨਾਂ ਦੇ ਵਿਛੋੜੇ ਵਿੱਚ ਹਿਰਦਾ ਤੜਫ ਉੱਠਦਾ ਹੈ।
ਅੱਜ ਵੀ ਉਹਨਾਂ ਦੀ ਬਿਰਹਾ ਦੀ ਵੇਦਨ ਵਿੱਚ ਮੇਰਾ ਹਿਰਦਾ ਤੜਫ ਉੱਠਦਾ ਹੈ। ਧਰਨੀ ਸਮ ਧੀਰਜ ਧਰਨ ਸਮਰਥ ਸਭ ਭਾਂਤੀ। ਐਸੇ ਨੌਵੇਂ ਪਾਤਸ਼ਾਹ ਜੋ ਧਰਤੀ ਦੇ ਸਮਾਨ ਧੀਰਜ ਨੂੰ ਧਾਰਨ ਕਰਨ ਵਾਲੇ ਸਰਬ ਪ੍ਰਕਾਰ ਕਰਕੇ ਸਮਰੱਥ ਦੇਵ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਧਰਤੀ ਨੂੰ ਵੀ ਨੌਵੇਂ ਪਾਤਸ਼ਾਹ ਨੇ ਧੀਰਜ ਰੱਖਣਾ ਸਿਖਾਇਆ ਹੈ ਕਿ ਹੇ ਧਰਣੀ, ਇਸ ਤਰ੍ਹਾਂ ਧੀਰਜ ਰੱਖੀਦਾ ਜਿਵੇਂ ਅਸੀਂ ਰੱਖਿਆ। ਧੀਰਜ ਧਰਨ ਦੇ ਵਿੱਚ ਧਰਤੀ ਦੇ ਸਮਾਨ ਸਰਬ ਪ੍ਰਕਾਰ ਕਰਕੇ ਸਮਰੱਥ ਨੇ ਨੌਵੇਂ ਪਾਤਸ਼ਾਹ। ਅਜ਼ਮਤ ਦਈ ਨਾ ਸਿਰ ਦਇਓ ਚਿਤਵੋਂ ਦਿਨ ਰਾਤੀ। ਅਜ਼ਮਤ ਨਹੀਂ ਵਿਖਾਈ, ਆਪਣਾ ਸੀਸ ਦੇ ਦਿੱਤਾ ਨੌਵੇਂ ਪਾਤਸ਼ਾਹ ਨੇ। ਸੀਸ ਦਿਆ ਪਰ ਸਿਰ ਨਾ ਦਿਆ। ਅਜ਼ਮਤ ਨਹੀਂ ਦਿੱਤੀ, ਅਜ਼ਮਤ ਨਹੀਂ ਵਿਖਾਈ, ਆਪਣਾ ਸੀਸ ਦੇ ਦਿੱਤਾ। ਉਹਨਾਂ ਦੇ ਸੀਸ ਦੇਣ ਦੇ ਉਸ ਬਿਰਤਾਂਤ ਨੂੰ ਮੈਂ ਨਿਤ ਆਪਣੇ ਹਿਰਦੇ ਵਿੱਚ ਦਿਨ ਰਾਤ ਚਿਤਵਦੀ ਹਾਂ। ਮੈਂ ਚੇਤੇ ਕਰਦੀ ਹਾਂ ਉਸ ਵੇਲੇ ਨੂੰ, ਹੇ ਕਲਗੀਧਰ ਸੁਆਮੀ, ਜਦੋਂ ਭਾਈ ਜੈਤਾ ਜੀ ਮਹਾਰਾਜ ਜੀ ਦਾ ਸੀਸ ਰੁਮਾਲ 'ਚ ਲਪੇਟ ਕੇ ਲਿਆਏ ਸਨ ਤਾਂ ਮੈਂ ਉਸ ਰੁਮਾਲ ਨੂੰ ਪਾਸੇ ਕਰਕੇ ਦਰਸ਼ਨ ਕੀਤੇ ਸਨ। ਉਸ ਸਰੂਪ ਨੂੰ ਮੈਂ ਅੱਜ ਵੀ ਦਿਨ ਰਾਤ ਚਿਤਵਦੀ ਹਾਂ। ਉਹਨਾਂ ਦੀ ਸ਼ਹਾਦਤ ਨੂੰ ਦਿਨ ਰਾਤ ਚਿਤਵਦੀ ਹਾਂ। ਪਹੁੰਚੀ ਆਜ ਇਕੰਤ ਲਖ ਸੰਸੇ ਚਿਤ ਹੋਤੇ। ਲਾਲ ਜੀ, ਬੜੀਆਂ ਗੱਲਾਂ ਹੋ ਰਹੀਆਂ ਨੇ, ਸ਼ਰੀਕ ਵਾਲੇ ਬਹੁਤ ਸਾਰੇ ਲੋਕ ਬੜੀਆਂ ਗੱਲਾਂ ਕਰ ਰਹੇ ਨੇ, ਮੈਂ ਸੁਣਦੀ ਹਾਂ। ਅੱਜ ਉਹ ਸਾਰੀਆਂ ਗੱਲਾਂ ਸੁਣ ਕੇ ਮੈਂ ਤੁਹਾਡੇ ਕੋਲ ਆਈ ਹਾਂ। ਲੋਕ ਕੀ ਗੱਲਾਂ ਪੇ ਕਰਦੇ ਨੇ, ਕੀ ਪੇ ਕਹਿੰਦੇ ਨੇ, ਉਹ ਮੈਂ ਤੁਹਾਡੇ ਕੋਲ ਬੇਨਤੀ ਕਰਨ ਵਾਸਤੇ ਤੁਹਾਨੂੰ ਇਕਾਂਤ ਵਿੱਚ ਬੈਠਿਆਂ ਵੇਖ ਕੇ ਆਈ ਹਾਂ। ਗੁਰੂਆਂ ਕੇ ਵੱਡ ਗੁਰੂ ਹੋ। ਤੁਸੀਂ ਗੁਰੂਆਂ ਦੇ ਵੀ ਵੱਡੇ ਗੁਰੂ ਹੋ ਲਾਲ ਜੀ, ਤੁਸੀਂ ਵੱਡਿਆਂ ਤੋਂ ਵੱਡੇ ਹੋ। ਜਨਮੇ ਤੁਮ ਮੋਤੇ। ਮੈਂ ਧੰਨ ਹਾਂ ਕਿ ਤੁਸੀਂ ਮੇਰੇ ਗ੍ਰਹਿ ਵਿਖੇ ਜਨਮ ਲਿਆ। ਮੇਰੇ ਗ੍ਰਹਿ ਵਿਖੇ ਜਨਮ ਲੈ ਕੇ ਤੁਸੀਂ ਮੈਨੂੰ ਧੰਨ ਕੀਤਾ। ਧੰਨ ਜਨਨੀ, ਮੈਨੂੰ ਧੰਨ ਜਨਨੀ ਬਣਾਇਆ ਹੈ ਆਪ ਜੀ ਨੇ। ਸਰਬ ਰੀਤ ਸਮਰੱਥ ਮਹਾ ਚਿਤ ਚਾਹੋ ਬਨਾਵੋ। ਤੁਸੀਂ ਸਰਬ ਰੀਤੀਆਂ ਕਰਕੇ ਸਮਰੱਥ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਜੋ ਚਾਹੇ ਮਰਜ਼ੀ ਬਣਾ ਸਕਦੇ ਹੋ। ਅਚਰ ਚਰੇ ਚਰ ਅਚਰ ਹੋਏ। ਤੁਸੀਂ ਚਾਹੋ ਤੇ ਜਿਹੜੀਆਂ ਜੜ ਚੀਜ਼ਾਂ ਨੇ ਉਹਨਾਂ ਨੂੰ ਚੇਤਨ ਕਰ ਦਿਓ, ਜਿਹੜੀਆਂ ਚੇਤਨ ਨੇ ਉਹਨਾਂ ਨੂੰ ਜੜ ਬਣਾ ਦਿਓ। ਇਹ ਤੁਹਾਡੇ ਹੱਥ ਵਿੱਚ ਹੈ। ਲਘੂ ਮੁਖੋਂ ਅਲਾਵੋ। ਮੈਂ ਆਪਣੇ ਛੋਟੇ ਜਿਹੇ ਮੂੰਹ ਨਾਲ ਤੁਹਾਡੀ ਕਿੰਨੀ ਕੁ ਸਿਫਤ ਕਰਾਂ। ਮੇਰਾ ਇਹ ਛੋਟਾ ਜਿਹਾ ਮੂੰਹ ਤੁਹਾਡੀਆਂ ਕਿੰਨੀਆਂ ਕੁ ਸਿਫਤਾਂ ਕਰ ਸਕਦਾ। ਕਿਆ ਜਾਨੋ ਕਿਮ ਹੋਏਗੀ ਗਤ ਮੋਹੇ ਅਗਾਰੀ। ਮੈਨੂੰ ਆਉਣ ਵਾਲਾ ਸਮਾਂ ਵੀ ਲਾਲ ਜੀ ਬੜਾ ਦੁਖਦਾਈ ਜਿਹਾ ਪ੍ਰਤੀਤ ਹੁੰਦਾ। ਮਾਤਾ ਜੀ ਕਹਿੰਦੇ ਖਬਰੇ ਮੈਂ ਹਾਲੇ ਹੋਰ ਕਿਹੋ ਜਿਹੇ ਸਮਿਆਂ ਦੇ ਵਿੱਚੋਂ ਦੀ ਲੰਘਣਾ ਹੈ। ਇਹ ਚਿਤਵਨ ਚਿਤਵਤ ਰਹੋ ਚਿੰਤਾ ਚਿਤ ਭਾਰੀ। ਹੇ ਲਾਲ ਜੀ, ਇਹ ਚਿਤਵਨੀ ਮੈਂ ਆਪਣੇ ਹਿਰਦੇ 'ਚ ਚਿਤਵਦੀ ਹਾਂ। ਮੇਰਾ ਹਿਰਦਾ ਚਿੰਤਾ ਗ੍ਰਸਤ ਹੁੰਦਾ ਹੈ। ਮੋਰੋ ਮੋਹ ਨਾ ਛੁੱਟਤ ਹੈ ਤੁਮ ਬੋਲੋ ਨਾਈ। ਲਾਲ ਜੀ, ਮੈਂ ਤੁਹਾਡੇ ਨਾਲ ਮੋਹ ਵੀ ਕਰਦੀ ਹਾਂ, ਮਾਂ ਜੋ ਹਾਂ। ਹੈ ਤਾਂ ਤੁਸੀਂ ਗੁਰੂ ਸਰੂਪ, ਪਰ ਮੇਰੇ ਮਨ 'ਚ ਮਾਂ ਦੀ ਮਮਤਾ ਵੀ ਆ ਜਾਂਦੀ ਹੈ। ਤੁਹਾਡੇ ਨਾਲ ਇਹ ਜਿਹੜਾ ਮੋਹ ਹੈ, ਮਾਂ ਦਾ ਜਿਹੜਾ ਮਮਤਾ ਦਾ ਮੋਹ ਹੈ, ਇਹ ਮੇਰਾ ਛੁੱਟਦਾ ਨਹੀਂ। ਤੁਸੀਂ ਕਈ ਵਾਰ ਬੋਲਦੇ ਨਹੀਂ ਮੇਰੇ ਨਾਲ। ਜਦੋਂ ਮੈਂ ਆਪ ਜੀ ਕੋਲ ਆ ਕੇ ਬੈਠਦੀ ਹਾਂ ਤਾਂ ਮੇਰਾ ਮਨ ਉਪਰਾਮ ਹੁੰਦਾ। ਹਸੇ ਸ਼ਰੀਕ ਕੁਤਰਕ ਕਰ। ਸ਼ਰੀਕੇ ਦੇ ਲੋਕ ਹੱਸਦੇ ਨੇ, ਉਹ ਕੁਤਰਕਾਂ ਕਰਦੇ ਨੇ ਲਾਲ ਜੀ। ਜਿਹੜੀਆਂ ਉਹ ਗੱਲਾਂ ਕਰਦੇ ਨੇ ਸੁਣੋ। ਬੋਲਤ ਬੋਰਾਈ। ਬਹੁਤ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਨੇ ਲੋਕ, ਬੜੀਆਂ ਗੱਲਾਂ ਲੋਕ ਕਰ ਰਹੇ ਨੇ ਤੁਹਾਡੀ ਇਸ ਅਵਸਥਾ ਨੂੰ ਵੇਖ ਕੇ। ਕਰੀ ਆਰਾਧਨ ਚੰਡਿਕਾ ਕਲ ਯੁਗ ਮੈਂ ਸਾਦੀ। ਲੋਕ ਕਈ ਗੱਲਾਂ ਕਰਦੇ ਨੇ ਕਿ ਜਿਵੇਂ ਤੁਸੀਂ ਮਸੰਦਾਂ ਨੂੰ ਦੰਡ ਦਿੱਤਾ, ਇੱਕਦਮ ਉਪਰਾਮ ਹੋ ਗਏ ਹੋ।
ਬੜੇ ਸ਼ਰੀਕ ਦੇ ਜਿਹੜੇ ਸ਼ਰੀਕੇ ਦੇ ਨੇ ਉਹ ਵੀ ਗੱਲਾਂ ਕਰਦੇ ਨੇ। ਉਹ ਆਖਦੇ ਨੇ ਕਿ ਗੁਰੂ ਜੀ ਨੇ ਜਿਸ ਦਿਨ ਤੋਂ ਕਲਯੁਗ ਦੇ ਇਸ ਸਮੇਂ 'ਚ ਚੰਡੀ ਦੀ ਆਰਾਧਨਾ ਕੀਤੀ ਹੈ, ਇਸੀ ਹੇਤ ਇੱਕ ਬਾਰਈ ਭਈ ਸੁਨ ਸਮਾਧੀ। ਉਹ ਚੰਡੀ ਦੀ ਆਰਾਧਨਾ ਕਰਕੇ ਹੀ ਗੁਰੂ ਜੀ ਇੱਕਦਮ ਸੁੰਨ ਸਮਾਧੀ 'ਚ ਚਲੇ ਗਏ ਨੇ। ਇਹਨਾਂ ਕੋਲੋਂ ਚੰਡੀ ਦਾ ਪ੍ਰਤਾਪ ਨਹੀਂ ਝੱਲਿਆ ਗਿਆ। ਇਦਾਂ ਦੀਆਂ ਗੱਲਾਂ ਕਿਉਂਕਿ ਲੋਕ ਕਰ ਰਹੇ ਸਨ ਉਦੋਂ ਇਹ ਗੱਲਾਂ। ਪਹਾੜੀਏ ਵੀ ਕਹਿ ਰਹੇ ਸਨ ਵੀ ਗੁਰੂ ਜੀ ਤੇ ਚੰਡੀ ਪੁੱਠੀ ਪੈ ਗਈ ਹੈ। ਮਸੰਦ ਵੀ ਕਹਿੰਦੇ ਸੀ ਚੰਡੀ ਪੁੱਠੀ ਪੈ ਗਈ। ਇਹਨਾਂ ਉਦੋਂ ਹੀ ਗੱਲਾਂ ਸ਼ੁਰੂ ਕਰਤੀਆਂ ਜਦੋਂ ਮਹਾਰਾਜ ਜੀ ਨੇ 5 ਸਿੱਖਾਂ ਦੇ ਸਿਰ ਲਏ ਸਨ। ਜਦੋਂ ਮਸੰਦਾਂ ਨੂੰ ਤੇਲ ਦੇ ਕੜਾਹੇ 'ਚ ਪਾ ਕੇ ਤਲਿਆ, ਮਸੰਦਾਂ ਨੂੰ ਸੋਧਾ ਲਾਇਆ, ਤੇ ਬਹੁਤ ਸਾਰੇ ਮਸੰਦਾਂ ਦੇ ਵੀ ਜਿਹੜੇ ਹਾਮੀ ਸੀ ਨਾ, ਮਸੰਦਾਂ ਦਾ ਪੱਖ ਪੂਰਨ ਵਾਲੇ, ਉਹਨਾਂ ਬੜੀਆਂ ਗੱਲਾਂ ਕਹੀਆਂ। ਉਹਨਾਂ ਇਹ ਵੀ ਕਿਹਾ, ਮਾਤਾ ਜੀ ਦੱਸ ਰਹੇ ਨੇ ਕਿ ਕਲਗੀਧਰ ਜੀ ਉਹ ਕਹਿੰਦੇ ਆ ਕਿ ਚੰਡੀ ਦੀ ਜਿਹੜੀ ਤਪ ਤੇਗ ਸੀ ਉਹ ਗੁਰੂ ਜੀ ਕੋਲੋਂ ਚੱਲਿਆ ਨਹੀਂ ਗਿਆ, ਇਸੇ ਕਰਕੇ ਸੁੰਨ ਸਮਾਧੀ 'ਚ ਚਲੇ ਗਏ ਨੇ। ਕੇ ਚਿਤ ਕਹਤੇ ਪਰਸ ਪਰ, ਕਈ ਆਪਸ ਵਿੱਚ ਗੱਲਾਂ ਇਦਾਂ ਵੀ ਕਰਦੇ ਨੇ ਜੋ ਕਾਮ ਆਰੰਭਾ, ਕਿ ਗੁਰੂ ਜੀ ਨੇ ਜਿਹੜਾ ਕੰਮ ਆਰੰਭਿਆ ਸੀ ਚੰਡੀ ਨੂੰ ਪ੍ਰਗਟ ਕਰਨ ਦਾ, ਸੋ ਪੂਰਾ ਹੋਇਸ ਨਹੀਂ ਬਹੁ ਭਇਓ ਅਚੰਬਾ। ਉਹ ਕੰਮ ਪੂਰਾ ਨਹੀਂ ਹੋਇਆ, ਇਸ ਕਰਕੇ ਗੁਰੂ ਜੀ ਹੈਰਾਨ ਹੋ ਗਏ ਨੇ। ਕਿਸੇ ਨਾਲ ਬੋਲਦੇ ਨਹੀਂ, ਗੱਲਬਾਤ ਨਹੀਂ ਕਰਦੇ, ਕਿਉਂਕਿ ਜਿਹੜਾ ਕੰਮ ਇਹਨਾਂ ਸ਼ੁਰੂ ਕੀਤਾ ਸੀ ਉਹ ਪੂਰਾ ਨਹੀਂ ਹੋਇਆ ਤੇ ਹੈਰਾਨ ਹੋ ਗਏ ਨੇ। ਕੇ ਚਿਤ ਕਹਤੇ ਅਪਰ ਬਿਦ ਸਾਧਿਕ ਦਿਜ ਜੋ, ਕਈ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਕੋਈ ਕੇਸ਼ੋਦਾਸ ਦੀ ਗੱਲ ਕਰਦਾ ਵੀ ਜਿਹੜੇ ਕੇਸ਼ੋਦਾਸ ਪੰਡਤ ਸੀ ਯੱਗ ਕਰਨ ਵਾਲਾ, ਉਹ ਬੜਾ ਵੱਡਾ ਸਾਧਕ ਸੀ, ਉਹਦੇ ਬਾਰੇ ਆਖਦੇ ਨੇ। ਕਲੀ ਕਾਲ ਤੇ ਤਰਾਸ ਧਰ ਖਿਸਕਿਓ ਤਦ ਸੋ, ਕਿ ਦੇਵੀ ਪਰ ਇਤਿਆਦਿਕ ਮਨ ਭਾਵਤੀ ਬਹੁ ਬਾਤ ਬਣਾਈ। ਇਤਿਆਦਿਕ ਮਨ ਭਾਉਂਦੀਆਂ ਗੱਲਾਂ ਲੋਕ ਬਣਾਉਂਦੇ ਨੇ, ਮਨ ਭਾਉਂਦੀਆਂ ਬਾਤਾਂ ਇਦਾਂ ਦੀਆਂ ਲੋਕ ਕਰਦੇ ਹਨ। ਕਿਰਪਾ ਦ੍ਰਿਸ਼ਟ ਕਰ ਆਪ ਅਬ, ਉਹ ਵੀ ਅਸਲੀਅਤ ਕੀ ਹੈ। ਲੋਕ ਇਹ ਜਿਹੜੀਆਂ ਗੱਲਾਂ ਕਰਦੇ ਨੇ ਇਹ ਕਿਉਂ ਕਰ ਰਹੇ ਨੇ, ਅਸਲ 'ਚ ਵਾਸਤਵਿਕਤਾ ਕੀ ਹੈ, ਕੀ ਖੇਡ ਵਰਤੀ ਸੀ ਉੱਥੇ ਨੈਣਾ ਦੇਵੀ ਦੇ ਟਿੱਲੇ ਤੇ, ਉੱਥੇ ਕੀ ਕੌਤਕ ਵਰਤਿਆ ਸੀ। ਹੇ ਲਾਲ ਜੀ ਉਹ ਮੈਨੂੰ ਸਮਝਾਓ, ਕਿਉਂਕਿ ਉੱਥੇ ਉਸ ਵੇਲੇ ਕੇਵਲ ਤੁਸੀਂ ਸੀ। ਕੇਸ਼ੋਦਾਸ ਉੱਥੋਂ ਭੱਜ ਗਿਆ ਸੀ, ਸੇਵਕ ਸਿੱਖ ਸਾਰੇ ਥੱਲੇ ਆ ਗਏ ਸਨ, ਕੇਵਲ ਤੁਸੀਂ ਸੋ। ਉਦੋਂ ਕੀ ਖੇਡ ਵਰਤੀ ਆ, ਕੀ ਚੋਜ ਵਰਤਿਆ। ਹੇ ਲਾਲ ਜੀ ਮੈਂ ਤੁਹਾਡੀ ਮਾਂ ਹਾਂ, ਕਿਰਪਾ ਕਰਕੇ ਮੇਰੇ ਪੁੱਛਣ ਤੇ ਮੈਨੂੰ ਦੱਸੋ। ਮਾਤ ਪਿਤਾ ਗੁਰਦੇਵ ਹੈ ਮਨ ਕੈ ਏਓ ਥਾ ਬਾਤੀ। ਮਾਤਾ ਔਰ ਪਿਤਾ ਗੁਰਦੇਵ ਤੋਲੀ ਹੁੰਦੇ ਨੇ, ਮਾਂ ਪਿਓ ਦਾ ਰੁਤਬਾ ਵੀ ਗੁਰੂ ਤੋਲੀ ਹੁੰਦਾ ਹੈ। ਇਸ ਕਰਕੇ ਮੈਨੂੰ ਆਪਣੀ ਮਾਤਾ ਜਾਣ ਕੇ, ਮੈਨੂੰ ਮੇਰੀ ਮਾਂ ਦਾ, ਆਪਣੀ ਮਾਂ ਹੋਣ ਦਾ ਜਿਹੜਾ ਮਾਣ ਤੇ ਸਤਿਕਾਰ ਦਿੰਦੇ ਆ, ਆਪ ਜੀ ਕਿਰਪਾ ਕਰਕੇ ਮੈਨੂੰ ਉਹ ਸਾਰੀ ਗੁਪਤ ਵਾਰਤਾ ਦੱਸੋ ਜੋ ਵਰਤਿਆ ਉੱਥੇ। ਕਿਹੜੀ ਚੰਡੀ ਪ੍ਰਗਟ ਹੋਈ ਉਸ ਜਗ੍ਹਾ ਤੇ, ਕੈਸਾ ਹੋਈ ਕਿ ਨਹੀਂ ਹੋਈ, ਕਿਉਂਕਿ ਲੋਕਾਂ ਵਿੱਚ ਦੁਚਿੱਤੀ ਹੈ। ਕੋਈ ਕਹਿੰਦਾ ਨਹੀਂ ਹੋਈ, ਕੋਈ ਕਹਿੰਦਾ ਹੋਈ ਆ ਪਰ ਗੁਰੂ ਪਾਤਸ਼ਾਹ ਕੋਲੋਂ ਤੇਜ ਨਹੀਂ ਚੱਲਿਆ ਗਿਆ, ਕੋਈ ਕਹਿੰਦਾ ਪੁੱਠੀ ਪੈ ਗਈ। ਇਦਾਂ ਦੀਆਂ ਬਹੁਤ ਗੱਲਾਂ ਕਰ ਰਹੇ ਨੇ ਲੋਕ। ਤੁਸੀਂ ਮੇਰੇ ਮਨ ਦਾ ਸ਼ੰਕਾ ਨਿਵਾਰ ਕੇ ਮੈਨੂੰ ਸਪਸ਼ਟ ਕਰੋ। ਜਥਾ ਜੋਗ ਕਈਐ ਸਕਲ ਵਰਤੈ ਸੁਖ ਸ਼ਾਂਤੀ। ਜਥਾ ਯੋਗ ਜਦੋਂ ਤੁਸੀਂ ਸਾਰੀ ਵਾਰਤਾ ਮੈਨੂੰ ਦੱਸੋਗੇ, ਮੇਰਾ ਹਿਰਦਾ ਸੁਖ ਤੇ ਸ਼ਾਂਤੀ ਸਹਿਤ ਟਿਕ ਜਾਵੇਗਾ। ਸੁਨ ਜਨਨੀ ਕੇ ਬੈਨ ਕੋ ਉਠ ਤੂਸ਼ਨ ਚਾਲੇ। ਕਲਗੀਧਰ ਜੀ ਨੇ ਮਾਤਾ ਜੀ ਦੇ ਬਚਨ ਸੁਣੇ, ਸੁਣ ਕੇ ਗੁਰਦੇਵ ਜੀ ਪਲੰਗੇ ਤੋਂ ਉੱਠ ਪਏ, ਉੱਠ ਕੇ ਬਾਹਰ ਨੂੰ ਚੱਲੇ ਹਨ। ਸ਼੍ਰੀ ਗੁਜਰੀ ਕੋ ਸੰਗ ਲੈ ਹਿਤ ਕੈਨ ਸੁਖਾਲੇ। ਮਾਤਾ ਗੁਜਰੀ ਜੀ ਨੂੰ ਨਾਲ ਲਿਆ, ਆਖਿਆ ਆਜੋ ਮਾਤਾ ਜੀ ਬਾਹਰ ਨੂੰ ਚੱਲਦੇ ਆ। ਬਹਿ ਕੇ ਇਕਾਂਤ ਵਿੱਚ ਆਪ ਜੀ ਨਾਲ ਬਚਨ ਕਰਦੇ ਹਾਂ।
ਤੋ ਮਾਤਾ ਜੀ ਨੂੰ ਨਾਲ ਲੈ ਕੇ ਸਤਿਗੁਰੂ ਜੀ ਚੱਲ ਪਏ ਬਾਹਰ ਨੂੰ ਆਪਣੇ ਆਸਣ ਤੋਂ। ਏਕ ਸਿਲਾ ਸੁੰਦਰ ਹੋਤੀ ਇੱਕ ਸਮਤਲ ਜਾਈ। ਬਾਹਰ ਆਏ ਘਰੋਂ ਮਹਿਲ ਚੋਂ ਤੇ ਬਾਹਰ ਇੱਕ ਸਮਤਲ ਬਰਾਬਰ ਸਿਲਾ ਸੀ, ਪੱਥਰ ਦੀ ਬਣੀ ਹੋਈ। ਸਮਤਲ ਸੀ, ਬੈਠਣ ਨੂੰ ਜਗ੍ਹਾ ਬਣੀ ਹੋਈ ਤੇ ਸਮਾਨ ਸੀ, ਉੱਚੀ ਨਹੀਂ ਸੀ, ਉਬੜ ਖੂਬੜ ਨਹੀਂ ਸੀ, ਬਰਾਬਰ ਜਿਵੇਂ ਇੱਕ ਪੱਥਰ ਦੀ ਸਿਲਾ ਹੁੰਦੀ ਹੈ ਉਹ ਬਣੀ ਹੋਈ। ਉੱਥੇ ਮਹਾਰਾਜ ਜੀ ਆ ਕੇ ਬੈਠ ਗਏ। ਆਸਨਹੀਨ ਅਸੀਨਗੇ ਮਾਤੈ ਕਰ ਪਾਈ। ਉਹਦੇ ਮਹਾਰਾਜ ਜੀ ਨੇ ਕੋਈ ਆਸਣ ਨਹੀਂ ਵਿਛਾਇਆ, ਇਦਾਂ ਹੀ ਬਹਿ ਗਏ ਬਿਨਾਂ ਆਸਣ ਤੋਂ। ਮਾਤਾ ਜੀ ਨੂੰ ਵੀ ਆਪਣੇ ਨਾਲ ਬਿਠਾ ਲਿਆ ਕਲਗੀਧਰ ਜੀ ਨੇ। ਕਹਿਤ ਪਾਏ ਜਨਨੀ ਸੁਨੋ ਗਤ ਗੁਪਤ ਬਡੇਰੀ। ਕਹਿਣ ਲੱਗੇ ਮਾਤਾ ਜੀ ਸੁਣੋ, ਉੱਥੇ ਜੋ ਅਕਾਲ ਪੁਰਖ ਦੀ ਆਦਿ ਸ਼ਕਤੀ ਪ੍ਰਗਟ ਕਰਨ ਦਾ ਪ੍ਰਸੰਗ ਹੈ ਉਹ ਗੁਪਤ ਸੀ, ਪਰ ਤੁਸੀਂ ਮੇਰੇ ਮਾਤਾ ਜੀ ਹੋ ਪੁੱਛਿਆ ਹੈ। ਗੁਪਤ ਹੈ ਕਹਿਣਾ ਤਾਂ ਨਹੀਂ ਬਣਦਾ, ਪਰ ਤੁਹਾਡੇ ਪੁੱਛਣ ਤੇ ਕਹਿਣਾ ਪਵੇਗਾ। ਦੇਵਤਾਨ ਕੀ ਬਾਤ ਜੋ ਕਹਿਨੀ ਨਾ ਪਲੇਰੀ। ਕਿਉਂਕਿ ਇਦਾਂ ਦੇ ਜਿਹੜੀਆਂ ਇਹ ਖੇਡਾਂ ਹੁੰਦੀਆਂ ਨੇ ਨਾ ਮਾਤਾ ਜੀ, ਇਹ ਗੁਪਤ ਖੇਡਾਂ ਹੁੰਦੀਆਂ, ਇਹ ਪ੍ਰਚਾਰੀਆਂ ਨਹੀਂ ਜਾਂਦੀਆਂ, ਇਹ ਬਹੁਤੀਆਂ ਕਈਆਂ ਨਹੀਂ ਜਾਣੀਆਂ ਚਾਹੀਦੀਆਂ। ਜਿਹੜੀਆਂ ਅਧਿਆਤਮਿਕ ਜਗਤ ਦੀਆਂ ਖੇਡਾਂ ਵਰਤਦੀਆਂ ਨੇ, ਦਿਵਿਆ ਸਰੂਪ ਖੇਡਾਂ ਵਰਤਦੀਆਂ ਨੇ ਮਾਤਾ ਜੀ, ਇਹ ਕਹਿਣੀਆਂ ਨਹੀਂ ਬਣਦੀਆਂ। ਅਕਸਰ ਕਈ ਵਾਰੀ ਕਈ ਸਾਧਕ ਜੋ ਸਾਧਨਾ ਕਰਦੇ ਆ ਆਪਣੇ ਅੰਦਰ ਵੇਖਦੇ ਨੇ, ਉਹ ਫਿਰ ਪ੍ਰਚਾਰ ਕਰਨ ਲੱਗ ਪੈਂਦੇ। ਅਸੀਂ ਇੱਦਾਂ ਦੀ ਅਵਸਥਾ ਵੇਖੀ, ਇੱਥੇ ਪਹੁੰਚ ਗਏ, ਉਹ ਫਿਰ ਚਲੀ ਜਾਂਦੀ ਹੈ ਅਵਸਥਾ, ਫਿਰ ਮੁੜ ਕੇ ਰਹਿੰਦੀ ਨਹੀਂ ਹੈ। ਇਸ ਕਰਕੇ ਇਹ ਭਜਨ ਜਿੰਨਾ ਗੁਪਤ ਹੋਵੇ ਨਾ ਓਨਾ ਹੀ ਰਸਦਾਇਕ ਹੁੰਦਾ ਹੈ, ਓਨਾ ਹੀ ਇਹਦਾ ਸਵਾਦ ਵੱਧਦਾ। ਮਹਾਰਾਜ ਜੀ ਕਹਿੰਦੇ ਮਾਤਾ ਜੀ ਇਹ ਸਾਰੀਆਂ ਖੇਡਾਂ ਵੈਸੇ ਦਿਵਿਆ ਸਰੂਪ ਗੁਪਤ ਰੱਖਣ ਯੋਗ ਨੇ, ਇਹਨਾਂ ਬਾਰੇ ਬਹੁਤਾ ਕਹਿਣਾ ਨਹੀਂ ਚਾਹੀਦਾ। ਤਉ ਕੈਨ ਬਨਿਓ ਅਬੈ ਹਠ ਹੇਰ ਤੁਮਾਰਾ। ਪਰ ਮਾਤਾ ਜੀ ਤੁਸੀਂ ਮਾਤਾ ਹੋ ਸਾਡੇ, ਤੁਸੀਂ ਹੁਣ ਹੁਕਮ ਹੀ ਕਰ ਦਿੱਤਾ, ਦੱਸੋ, ਤੇ ਤੁਹਾਡੇ ਹੱਥ ਅੱਗੇ ਸਾਨੂੰ ਕਹਿਣਾ ਪਵੇਗਾ। ਹਾਲਾਂਕਿ ਕਹਿਣਾ ਬਣਦਾ ਨਹੀਂ, ਪਰ ਤੁਸੀਂ ਪੁੱਛ ਰਹੇ ਹੋ ਤਾਂ ਕੁਝ ਕਟੂਕ ਮਾਤਰ, ਸੰਪੂਰਨਤਾ ਨਹੀਂ ਕਿਹਾ ਜਾ ਸਕੇਗਾ, ਪਰ ਫਿਰ ਵੀ ਕਹਾਂਗੇ, ਕਿਉਂਕਿ ਮਾਤਾ ਜੀ ਇਹ ਗੂੰਗੇ ਦੀ ਮਠਿਆਈ ਹੈ। ਚੰਡਕਾ ਪਈ ਪਰ ਤਛ ਜਿਮ ਬਰ ਦੀਨ ਉਦਾਰਾ। ਵਾਹਿਗੁਰੂ ਪਰਮੇਸ਼ਰ ਦੀ ਆਦ ਸ਼ਕਤੀ ਮਾਤਾ ਜੀ ਸਾਡੇ ਸਨਮੁਖ ਪ੍ਰਗਟ ਹੋਈ, ਅਸੀਂ ਉਹਦੇ ਦਰਸ਼ਨ ਕੀਤੇ ਨੇ ਪ੍ਰਕਾਸ਼ ਰੂਪ ਵਿੱਚ, ਵਾਕਈ ਹੋਏ ਨੇ, ਔਰ ਉਸ ਨੇ ਸਾਨੂੰ ਖੁਸ਼ੀ ਨਾਲ ਵਰ ਬਖਸ਼ਿਸ਼ ਕੀਤੇ ਹਨ। ਬ੍ਰਾਹਮਣ ਬਰ ਕੇਸ਼ਵ ਮਿਲਿਓ ਹਮ ਬੂਜਨ ਕੀਨਾ। ਉਹਦੇ ਤੋਂ ਪਹਿਲਾਂ ਜੋ ਵਰਤਿਆ ਉਹ ਤੁਹਾਨੂੰ ਦਸੀਏ ਵੀ ਇਹ ਜਿਹੜਾ ਕੇਸ਼ਵਦਾਸ ਬ੍ਰਾਹਮਣ ਸੀ, ਕਾਂਸ਼ੀ ਤੋਂ ਆਇਆ, ਉਹ ਸਾਨੂੰ ਮਿਲਿਆ, ਉਹਦੇ ਨਾਲ ਸਾਡੀ ਗੱਲਬਾਤ ਹੋਈ। ਉਹ ਕਹਿੰਦਾ ਸੀ ਵੀ ਮੈਂ ਦੇਵੀ ਪ੍ਰਗਟ ਕਰਨ ਦੇ ਵਿੱਚ ਸક્ષਮ ਹਾਂ, ਮੈਨੂੰ ਸਾਰੇ ਮੰਤਰ ਅਹੂਤੀਆਂ ਦਾ ਬੋਧ ਹੈ। ਉਹਨੂੰ ਅਸੀਂ ਪੁੱਛਿਆ ਸੀ, ਤੁਰਕਨ ਤੁਰਤ ਵਿਨਾਸ਼ ਹੋਏ ਕਹੀ ਐਸੋ ਪ੍ਰਬੀਨਾ। ਅਸੀਂ ਉਹਦੇ ਨਾਲ ਬਚਨ ਕੀਤਾ ਸੀ ਕਿ ਮਲੇਛਾਂ ਦਾ ਨਾਸ਼ ਕਰਨ ਲਈ ਅਸੀਂ ਪੰਥ ਸਾਜਣਾ। ਉਹਦੇ ਤੋਂ ਪਹਿਲਾਂ ਅਸੀਂ ਪ੍ਰਮਾਤਮਾ ਦੀ ਜਿਹੜੀ ਆਦ ਸ਼ਕਤੀ ਆ ਉਹਦੀ ਆਰਾਧਨਾ ਕਰਨੀ ਹੈ। ਨੈਨੋ ਪੁੱਤਰੀ ਸੇਵਬੇ ਤਿਨ ਬਿਦ ਬਿਤ ਬਤਲਾਈ। ਉਹਨੇ ਫਿਰ ਆਖਿਆ ਕਿ ਮਹਾਰਾਜ ਕੋਈ ਇਕਾਂਤ ਜਗ੍ਹਾ ਹੋਵੇ। ਫਿਰ ਉਹ ਨੈਨੂ ਪੁੱਤਰੀ ਯਾਨੀ ਕਿ ਜਿੱਥੇ ਉਹ ਨੈਣਾ ਦੇਵੀ ਦਾ ਟਿੱਲਾ, ਇੱਥੇ ਪਹਿਲਾਂ ਮੰਦਿਰ ਨਹੀਂ ਸੀ। ਕਲਗੀਧਰ ਜੀ ਮਹਾਰਾਜ ਜੀ ਨੇ ਚਰਨ ਪਾਏ, ਬਾਅਦ ਵਿੱਚ ਇੱਥੇ ਸਹਿਜੇ ਸਹਿਜੇ ਮੰਦਿਰ ਬਣਿਆ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਮਾਤਾ ਜੀ, ਫਿਰ ਉਹ ਜਗ੍ਹਾ ਅਸੀਂ ਮੁਕਰਰ ਕੀਤੀ। ਫਿਰ ਘਰ ਚੋਂ ਦਿਸ਼ ਸੈਲ ਕੇ ਦੇਖਤ ਬਿਦਸਾਈ। ਸਾਰੇ ਪਾਸੇ ਪਹਿਲਾਂ ਕੇਸ਼ਵਦਾਸ ਨੂੰ ਨਾਲ ਲੈ ਕੇ ਅਸੀਂ ਫਿਰੇ, ਉਹਨੂੰ ਸਾਰੀਆਂ ਥਾਵਾਂ ਵਿਖਾ ਕੇ ਉੱਥੇ ਲੈ ਕੇ ਗਏ ਵੀ ਆਹ ਇਕਾਂਤ ਹੈ, ਇੱਥੇ ਸ਼ੋਰ ਸ਼ਰਾਬਾ ਵੀ ਨਹੀਂ, ਕੋਈ ਬਹੁਤੀ ਕਿਸੇ ਦੀ ਆਮਦ ਵੀ ਨਹੀਂ। ਚੜ ਉਪਰ ਹੇਰੀ ਗੁਫਾ ਲਘੂ ਬੀਚ ਬਰੇ। ਉੱਥੇ ਉੱਤੇ ਚੜ ਕੇ ਵੇਖਿਆ ਕਿ ਛੋਟੀ ਜੀ ਗੁਫਾ ਵੀ ਹੈ ਬਣੀ ਹੋਈ ਨੈਣਾ ਦੇਵੀ ਦੇ ਟਿੱਲੇ ਤੇ। ਉਹ ਗੁਫਾ ਵੀ ਮੀਂਹ ਕਣੀ ਦੇ ਵਿੱਚ ਉੱਥੇ ਬਹਿ ਕੇ
ਇਕਾਂਤ ਵਿੱਚ ਆਪਣਾ ਸਮਾਂ ਭਜਨ ਕਰਦਿਆਂ ਬਤੀਤ ਕੀਤਾ ਜਾ ਸਕਦਾ ਸੀ। ਨੰਦਾ ਥਿਤ ਗੁਰਵਾਰ ਭੁਖ ਤੈਂ ਬੈਠ ਥਿਰੇ ਹੈ। ਅਸੀਂ ਨੰਦਾ ਤਿਥ ਗੁਰੂਵਾਰ ਵਾਲੇ ਦਿਨ ਉੱਥੇ ਉਹ ਯੱਗ ਆਰੰਭ ਕੀਤਾ। ਕੇਸ਼ਵ ਦਾਸ ਨੇ ਉਸ ਯੱਗ ਦੀ ਆਰੰਭਤਾ ਕੀਤੀ। ਲਗੇ ਆਰਾਧਨ ਧਰਮ ਹਿਤ ਧਰ ਭਾਰ ਨਿਵਾਰੈ। ਉਹ ਆਹੂਤੀਆਂ ਦਿੰਦਾ ਰਿਹਾ। ਅਸੀਂ ਆਪਣੇ ਆਨੰਦ ਵਿੱਚ ਨੇਤਰ ਮੁੰਦ ਕੇ ਪ੍ਰਮਾਤਮਾ ਦੀ ਸ਼ਕਤੀ ਦੀ ਸਾਧਨਾ, ਆਦ ਸ਼ਕਤੀ ਦੀ ਸਾਧਨਾ। ਗੁਰੂ ਖਾਲਸਾ ਜੀ, ਜਿਹੜੀ ਆਦ ਸ਼ਕਤੀ ਮਹਾਰਾਜ ਜੀ ਕਹਿ ਰਹੇ ਨੇ ਨਾ, ਉਹ ਪਰਮੇਸ਼ਰ ਤੋਂ ਅੱਡਰੀ ਨਹੀਂ ਹੈ, ਅਕਾਲ ਪੁਰਖ ਤੋਂ ਅੱਡਰੀ ਨਹੀਂ ਹੈ। ਜਿਹਦਾ ਜ਼ਿਕਰ ਮਹਾਰਾਜ ਜੀ ਜਦੋਂ ਦਸਮ ਬਾਣੀ 'ਚ ਚੰਡੀ ਚਰਿੱਤਰ 'ਚ ਗੁਰਦੇਵ ਉਸ ਆਦ ਸ਼ਕਤੀ ਦੀ ਗੱਲ ਕਰਦੇ ਨੇ ਨਾ, ਤਾਂ ਉਹ ਪਰਮੇਸ਼ਰ ਤੋਂ ਅੱਡਰੀ ਨਹੀਂ ਹੈ। ਜਿਹੜੀਆਂ ਸ਼ਕਤੀਆਂ, ਜਿਹੜੀਆਂ ਦੇਵੀਆਂ ਸਾਡੇ ਸਨਾਤਨ ਵੀਰ ਜਾਂ ਹਿੰਦੂ ਵੀਰ ਮੰਨਦੇ ਨੇ, ਉਹ ਉਹਨਾਂ ਦੇਵੀਆਂ ਨੂੰ ਪਰਮਾਤਮਾ ਤੋਂ ਅੱਡਰੀ ਹੋਂਦ ਵਾਲਾ ਇੱਕ ਵੱਖਰਾ ਸਰੀਰ ਰੂਪ ਵਿੱਚ, ਕਾਇਆ ਰੂਪ ਵਿੱਚ ਮੰਨਦੇ ਨੇ। ਪਰ ਖਾਲਸੇ ਦੀ ਜਿਹੜੀ ਆਦ ਸ਼ਕਤੀ, ਉਹ ਪਰਮਾਤਮਾ ਤੋਂ ਅੱਡਰੀ ਨਹੀਂ, ਵੱਖਰੀ ਨਹੀਂ। ਉਹ ਪਰਮਾਤਮਾ ਨੂੰ ਹੀ ਦੇਵ ਆਦ ਸ਼ਕਤੀ ਰੂਪ ਕਰਕੇ ਆਰਾਧਦੇ ਨੇ। ਜਦੋਂ ਗੁਰਦੇਵ ਮਾਤਾ ਕਿਹਾ ਨਾ, ਜਦੋਂ ਕਿਹਾ ਤੂੰ ਮੇਰੀ ਮਾਤਾ ਹੈ ਹੇ ਅਕਾਲ ਪੁਰਖ, ਤੇ ਉਹ ਅਕਾਲ ਪੁਰਖ ਨੂੰ ਹੀ ਮਾਤਾ ਰੂਪ ਵਿੱਚ ਆਰਾਧਿਆ, ਪਿਤਾ ਰੂਪ ਵਿੱਚ ਵੀ, ਮਾਤਾ ਰੂਪ ਵਿੱਚ ਵੀ। ਇਹ ਥੋੜ੍ਹਾ ਜਿਹਾ ਸਿਧਾਂਤ ਜਿਹੜਾ ਜਦੋਂ ਸਮਝ ਪੈ ਜਾਏ, ਤੇ ਕਈਆਂ ਦੇ ਹਿਰਦਿਆਂ 'ਚ ਜਿਹੜੇ ਸ਼ੰਕੇ ਉੱਠਦੇ ਨੇ ਕਿ ਗੁਰੂ ਸਾਹਿਬ ਨੂੰ ਤਾਂ ਦੇਵੀ ਉਪਾਸ਼ਕ ਵਿਖਾਇਆ। ਗੁਰੂ ਪਾਤਸ਼ਾਹ ਜਿਸ ਦੇਵੀ ਦੇ ਉਪਾਸ਼ਕ ਨੇ, ਉਹ ਦੇਵੀ ਅਕਾਲ ਪੁਰਖ ਹੀ ਹੈ, ਮਾਤਾ ਰੂਪ ਦੇ ਵਿੱਚ ਅਕਾਲ ਪੁਰਖ ਨੂੰ ਹੀ ਆਰਾਧਿਆ। ਉੱਥੇ ਗੁਰਦੇਵ ਨੇ ਕੋਈ ਐਸੀ ਦੇਵੀ ਦੀ ਆਰਾਧਨਾ ਨਹੀਂ ਕੀਤੀ ਜੋ ਮੂਰਤੀਮਾਨ ਹੋ ਕੇ ਸੰਸਾਰ ਵਿੱਚ ਵਿਰਤਦੀ ਹੈ। ਨਿਰਾਕਾਰ ਰੂਪ ਵਿੱਚ ਜੋ ਸਾਰੇ ਜਗਤ ਨੂੰ ਪੈਦਾ ਕਰਨ ਵਾਲੀ ਪਰਮਾਤਮਾ ਦੀ ਸ਼ਕਤੀ ਹੈ, ਸ਼ਿਵ ਸ਼ਕਤ ਦੀ ਜਿਹੜੀ ਖੇਡ ਹੈ ਨਾ, ਉਹ ਸਮਝਣੀ ਪੈਣੀ ਹੈ। ਤੋ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਦੱਸ ਰਹੇ ਨੇ, ਮਾਤਾ ਜੀ, ਉੱਥੇ ਅਸੀਂ ਆਪਣਾ ਆਸਣ ਲਾ ਕੇ ਧਰਮ ਦੀ ਸਥਾਪਨਾ ਕਰਨ ਲਈ ਪਰਮੇਸ਼ਰ ਦੀ ਆਰਾਧਨਾ ਸ਼ੁਰੂ ਕੀਤੀ। ਚੰਡਿਕਾ ਮੂਰਤ ਧਿਆਨ ਧਰ ਇਕ ਭੇ ਤਿਸ ਕਾਲਾ। ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਪ੍ਰਚੰਡ ਸਰੂਪ ਹੈ, ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਕਲਹ ਰੂਪ ਵਿੱਚ ਵੀ ਵਰਤਦਾ ਹੈ, ਉਸ ਰੂਪ ਨੂੰ ਅਸੀਂ ਆਪਣੇ ਹਿਰਦੇ ਵਿੱਚ ਧਿਆਨ ਕੇ ਸਾਧਿਆ। ਚੋਪਈ ਕੇਸ਼ੋ ਦਾਸ ਕਯੋ ਹਿਤ ਦੇਵੀ। ਕਹਿੰਦੇ ਉਸ ਵਕਤ ਦਿਨ ਰਾਤ ਅਸੀਂ ਪਰਮੇਸ਼ਰ ਦੀ ਆਰਾਧਨਾ ਕੀਤੀ। ਰਾਤ ਦਿਨ ਨਿਰੰਕਾਰ ਪਰਮੇਸ਼ਰ ਨੂੰ ਆਰਾਧਿਆ। ਪਹਿਲਾਂ 5-5 ਪਹਿਰ ਤੱਕ ਆਰਾਧਦੇ ਰਹੇ, ਫਿਰ ਸਹਿਜੇ ਸਹਿਜੇ ਇੱਕ ਪਹਿਰ ਕਰਕੇ ਆਰਾਧਦੇ ਰਹੇ। ਇਸੇ ਤਰ੍ਹਾਂ ਕੇਸ਼ੋ ਦਾਸ ਦੇ ਨਾਲ ਸਾਡਾ ਬਚਨ ਹੁੰਦਾ ਰਿਹਾ। ਪੇਟ ਰਾਖੀਏ ਤਿਸ ਛਿਨ ਦੇਵੀ। ਕੇਸ਼ੋ ਦਾਸ ਕਹਿਣ ਲੱਗਾ, ਜੀ ਦੇਵੀ ਜੋ ਅਕਾਲ ਪੁਰਖ ਦੀ ਸ਼ਕਤੀ ਤੁਹਾਡੇ ਸਨਮੁਖ ਪ੍ਰਗਟ ਹੋਣੀ ਹੈ, ਉਹਨੂੰ ਆਪ ਜੀ ਨੇ ਭੇਟ ਕਰਨੀ ਹੈ। ਸਦਾ ਸਹਾਇਕ ਹੋਵਤ ਰਹੇ। ਔਰ ਸਦਾ ਸਹਾਇਕ ਹੋ ਕੇ ਪ੍ਰਮਾਤਮਾ ਨੂੰ ਜਾਣਨਾ ਹੈ। ਸੁਨ ਕਰ ਦਿਜ ਹਿਤ ਧਰ ਪੁਨ ਕਏ। ਉਸ ਵੇਲੇ ਪੰਡਤ ਜੀ ਦੇ ਨਾਲ ਮਹਾਰਾਜ ਜੀ ਕਹਿੰਦੇ, ਸਾਡੇ ਵਚਨ ਹੋਏ ਕਿ ਅਸੀਂ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਨੂੰ ਆਰਾਧਨਾ ਹੈ, ਉਸੇ ਦੀ ਆਦ ਸ਼ਕਤੀ ਨੂੰ ਆਰਾਧਨਾ ਹੈ, ਉਸੇ ਨੇ ਸਾਡੀ ਸਹਾਇਤਾ ਕਰਨੀ ਹੈ। ਕੇਸ਼ੋ ਦਾਸ ਸੁਣ ਕੇ ਬੋਲਿਆ, ਵੀਰ ਗੁਰੂ ਤੁਮ ਧਾਨਿ ਉਧਾਰਾ। ਕਹਿਣ ਲੱਗਾ, ਸਤਿਗੁਰੂ ਜੀ ਤੁਸੀਂ ਮਹਾਨ ਵੀਰ ਯੋਧੇ ਹੋ, ਧੰਨ ਗੁਰੂ ਹੋ। ਦੇਵ ਆਰਾਧਨ ਉਦਮ ਧਾਰਾ। ਕਿ ਆਪ ਜੀ ਨੇ ਚੰਡੀ ਦੀ ਆਰਾਧਨਾ ਵਾਸਤੇ ਐਸਾ ਉਦਮ ਤੇ ਪੁਰਸ਼ਾਰਥ ਕੀਤਾ ਹੈ। ਕਹਿਣਾ ਮੋਰ ਤੁਮਾਰੇ ਹੇਤ। ਮੈਂ ਜੋ ਇਹ ਕਹਿ ਰਿਹਾ ਤੁਹਾਡੇ ਹੇਤ ਭਲੇ ਲਈ ਕਹਿ ਰਿਹਾ। ਰੈਨ ਦਿਨਾ ਨਿਤ ਪੜੋ ਸੁਚੇਤ। ਦਿਨ ਰਾਤ ਸੁਚੇਤ ਹੋ ਕੇ ਤੁਸੀਂ ਪਰਮੇਸ਼ਰ ਦੀ ਸ਼ਕਤੀ ਨੂੰ ਆਰਾਧੋ। ਕੇਸ਼ੋ ਦਾਸ ਜਿਸ ਦੇਵੀ ਦੀ ਆਰਾਧਨਾ ਕਰਦਾ ਉਹ ਵੱਖਰੀ ਹੈ। ਕਲਗੀਧਰ ਜੀ ਜਿਸ ਦੇਵੀ ਨੂੰ ਆਰਾਧ ਰਹੇ ਨੇ, ਉਹ ਕੇਸ਼ੋ ਦਾਸ ਦੀ ਦੇਵੀ। ਕਰੋੜਾਂ ਦੇਵੀਆਂ ਕੇਸ਼ੋ ਦਾਸ ਦੀਆਂ, ਜਿਹੜੀ ਗੁਰੂ ਕਲਗੀਧਰ ਜੀ ਦੇਵੀ ਆਰਾਧ ਰਹੇ ਨੇ, ਉਹਦੇ ਚਰਨਾਂ ਵਿੱਚ ਵਸਦੀਆਂ ਨੇ। ਕੋਟ ਦੁਰਗਾ ਜਾ ਕੇ ਮਰਦਨ ਕਰੈ। ਕਰੋੜਾਂ ਦੁਰਗਾ ਦੇਵੀਆਂ ਜਿਸ ਪ੍ਰਮਾਤਮਾ ਦੇ ਚਰਨਾਂ ਨੂੰ ਚਸਦੀਆਂ ਨੇ, ਮਹਾਰਾਜ ਜੀ ਉਹਦੀ ਆਰਾਧਨਾ ਕਰ ਰਹੇ ਨੇ। ਹਾਂਜੀ।
ਤਨ ਕਰ ਸੁਧ ਬ੍ਰਹਮਚਰਜ ਰਹਿਣਾ। ਤਨ ਕੇਸ਼ੋਦਾਸ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਵੀ ਤਨ ਕਰਕੇ ਸ਼ੁੱਧ ਰਹਿਣਾ ਜੀ, ਬ੍ਰਹਮਚਰਜ ਰੱਖਣਾ, ਉਹ ਪਿੱਛੇ ਆਪਾਂ ਉਹ ਦੇਵੀ ਪ੍ਰਗਟ ਦੇ ਪ੍ਰਸੰਗਾਂ ਵਿੱਚ ਵਿਚਾਰ ਚੁੱਕੇ ਹਾਂ ਕਥਾ। ਮੌਨ ਹੋਏ ਅਨਸੁਨ ਅਨੁ ਕਹਿਣਾ। ਔਰ ਬਿਲਕੁਲ ਚੁੱਪ ਰਹਿ ਕੇ ਆਰਾਧਨਾ ਕਰਨੀ ਹੈ ਔਰ ਇਕਾਂਤ ਵਿੱਚ ਬਹਿਣਾ ਹੈ। ਜਿਸ ਬਿਦ ਦੇਵੀ ਰੁਚਿ ਉਪਜਾਈ। ਕਹਿੰਦੇ ਇਸ ਪ੍ਰਕਾਰ ਨਾਲ ਅਸੀਂ ਆਰਾਧਨਾ ਸ਼ੁਰੂ ਰੱਖੀ, ਪਰਮੇਸ਼ਰ ਨੂੰ ਆਰਾਧਦੇ ਚਲੇ ਗਏ। ਗੁਰੂ ਕਿਰਪਾ ਨਿਤ ਭਈ ਸਵਾਈ। ਕਲਗੀਧਰ ਜੀ ਕਹਿੰਦੇ ਸਾਡੇ ਤੇ ਗੁਰੂ 9ਵੇਂ ਪਾਤਸ਼ਾਹ ਜੀ ਦੀ ਕਿਰਪਾ ਹੋਈ, ਫਿਰ ਗੁਰੂ ਸਾਹਿਬ ਦੀ ਸਾਡੇ ਤੇ ਦਇਆ ਹੋਈ। ਅਰਪੀ ਦੇਹ ਗੇਹ ਕੀ ਬਾਤ। ਅਸੀਂ ਆਪਣੀ ਦੇ ਗਏ ਸਭ ਕੁਝ ਅਕਾਲ ਪੁਰਖ ਜੀ ਅੱਗੇ ਅਰਪਣ ਕਰ ਦਿੱਤਾ। ਹੈ ਵਾਹਿਗੁਰੂ, ਮੈਨੂੰ ਆਪ ਜੀ ਦੀ ਉਸ ਪ੍ਰਚੰਡ ਸ਼ਕਤੀ ਦੇ ਦਰਸ਼ਨ ਹੋਣ ਜਿਸ ਸ਼ਕਤੀ ਦਾ ਮੈਂ ਖਾਲਸੇ ਪੰਥ ਵਿੱਚ ਸੰਚਾਰ ਕਰਨਾ ਹੈ। ਉਹਦੇ ਲਈ ਮੈਂ ਆਪਣਾ ਸਾਰਾ ਕੁਝ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ। ਅਲਪ ਆਹਾਰ ਕ੍ਰਿਤ ਤਿਲ ਖਾਤ। ਥੋੜਾ ਭੋਜਨ ਖਾਣਾ, ਘਿਓ ਤਿਲ ਆਦਿਕ ਖਾ ਕੇ ਸਮਾਂ ਬਤੀਤ ਕਰਨਾ। ਪੰਜ ਮਾਸ ਤੇ ਆਂਖ ਉਗਾਰੀ। ਕਹਿੰਦੇ ਏਦਾਂ 5 ਮਹੀਨੇ ਮਾਤਾ ਜੀ ਬੀਤ ਗਏ ਤਾਂ ਜਾ ਕੇ ਥੋੜੀ ਜਿਹੀ ਉਹ ਖੇਡ ਜਿਹੜੀ ਹੈ ਖੇਡਣ ਲੱਗੀ। ਸੁਪਨ ਸੁਨਾਏ ਆਉ ਇੱਕ ਬਾਰੀ। ਸਵਪਨ ਵਿੱਚ ਸਾਨੂੰ ਵਾਹਿਗੁਰੂ ਪਰਮੇਸ਼ਰ ਦੀ ਸਰੂਪ ਦੇ ਦਰਸ਼ਨ ਹੋਏ। ਉਹਨਾਂ ਆਖਿਆ ਮੈਂ ਆਪ ਜੀ ਦੇ ਕੋਲ ਆਵਾਂਗੀ, ਹਾਲੇ ਸਮਾਂ ਆਵੇਗਾ। ਸਭੀ ਬਿਰਤਾਂਤ ਭਲੇ ਕਹਿ ਦਇਓ। ਸਾਰਾ ਬਿਰਤਾਂਤ ਭਲੀ ਪ੍ਰਕਾਰ ਨਾਲ ਦੱਸ ਦਿੱਤਾ। ਜਾਗਰਤ ਸੁਪਨ ਏਕ ਸਮ ਪਇਓ। ਉਹ ਜਿਹੜਾ ਸੁਪਨਾ ਨਹੀਂ ਸੀ ਮਾਤਾ ਜੀ, ਉਹ ਜਾਗੋ ਮਿੱਟੀ ਜੀ ਸੀ। ਜਦੋਂ ਅਸੀਂ ਬੈਠਿਆਂ ਪ੍ਰਮਾਤਮਾ ਦੀ ਉਸ ਸ਼ਕਤੀ ਦੀ ਝਲਕ ਦੇ ਦਰਸ਼ਨ ਕੀਤੇ। ਬੀਤ ਗਏ 10 ਮਾਸ ਆਰਾਧਤ। ਏਦਾਂ ਹੀ ਮਾਤਾ ਜੀ 10 ਮਹੀਨੇ ਬੀਤ ਗਏ ਆਰਾਧਨਾ ਕਰਦਿਆਂ। ਕੇਸ਼ੋਦਾਸ ਆਪਣੇ ਹਿਸਾਬ ਨਾਲ ਜ਼ੋਰ ਲਾਉਂਦਾ ਰਿਹਾ, ਪਰ ਅਸੀਂ ਇੱਧਰ ਆਪਣੀ ਸਾਧਨਾ ਵਿੱਚ ਪਰਪੱਕ ਸੀ। ਮਹਾਨ ਪੰਥ ਦੀ ਸਾਜਨਾ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਮਹਾਨ ਸ਼ਕਤੀ ਦਾ ਪੰਥ ਕੇ ਸੰਚਾਰ ਕਰਨ ਲਈ ਬੈਠੇ ਰਹੇ। ਆਏ ਇਕਾਦਸ਼ਮੋ ਬਿਦ ਸਾਧਤ। ਜਦੋਂ 11ਵਾਂ ਮਹੀਨਾ ਆ ਗਿਆ, ਨਵਮੀ ਤਿਥ ਰਵੀ ਦਿਨ ਰਹਿ ਜਾਮੋ। ਨਵਮੀ ਦੀ ਤਰੀਕ ਤੇ ਐਤਵਾਰ ਦਾ ਦਿਨ ਸ਼ਾਮ ਦਾ ਵੇਲਾ ਸੀ। ਕਯੋ ਵਿਪਰ ਬਿਦ ਤੇ ਬਲ ਤਾਮੋ। ਉਹ ਜਿਹੜਾ ਕੇਸ਼ੋਦਾਸ ਸੀ ਮਾਤਾ ਜੀ, ਉਹ ਤਾਂ ਹਰਨ ਭਰਨ ਹੋ ਗਿਆ। ਉੱਥੇ ਉਹਨੇ ਵੇਖਿਆ ਵੀ ਮੇਰੇ ਕੋਲੋਂ ਤਾਂ ਨਹੀਂ ਦੇਵੀ ਪ੍ਰਗਟ ਹੁੰਦੀ। ਉਹਦਾ ਪਖੰਡ ਜ਼ਾਹਰ ਹੋ ਗਿਆ ਸੰਸਾਰ ਦੇ ਵਿੱਚ। ਦੀਨ ਉਪਾਇਨ ਜੁਗਤ ਵਿਚਾਰਤ। ਔਰ ਅਸੀਂ ਵਾਹਿਗੁਰੂ ਉਹ ਇਹ ਬਹਾਨਾ ਲਾ ਕੇ ਸਾਨੂੰ ਗਿਆ ਕਿ ਮਹਾਰਾਜ ਜੀ ਹੁਣ ਦੇਵੀ ਜਦੋਂ ਪ੍ਰਗਟ ਹੋਵੇਗੀ ਨਾ, ਮੈਂ ਉਹਦੀ ਕੋਈ ਭੇਟਾ ਜਿਹੜੀ ਦੇਣੀ ਉਹ ਮੈਂ ਲੈ ਕੇ ਆਇਆ ਇਕੱਠੀ ਕਰਕੇ। ਇਹ ਕਹਿ ਕੇ ਬਹਾਨਾ ਲਾ ਕੇ ਚਲਾ ਗਿਆ। ਕੇਸ਼ੋਦਾਸ ਧਾਰ ਡਰ ਆਰਤ। ਮਨ 'ਚ ਡਰ ਧਾਰਨ ਕਰਕੇ ਦੁਖੀ ਹੋ ਕੇ ਚਲਾ ਗਿਆ ਕੇਸ਼ੋਦਾਸ। ਚੱਲਿਓ ਮਿਸ਼ਰ ਕੁਛ ਮਨ ਭਇਓ ਥੋਰਾ। ਉਹਦਾ ਮਨ ਥੋੜਾ ਜਿਹਾ ਚਿੰਤਾ ਤੁਰ ਹੋਇਆ ਤੇ ਚਲਾ ਗਿਆ। ਇਸ ਬਿਦ ਮਮ ਟਿਗ ਕਈ ਨਿਹੋਰਾ। ਏਦਾਂ ਇਹ ਬਚਨ ਹੋਏ ਸਨ ਮਾਤਾ ਜੀ ਕੇਸ਼ੋਦਾਸ ਨਾਲ, ਤੇ ਕੇਸ਼ੋਦਾਸ ਉੱਥੋਂ ਚਲਾ ਗਿਆ। ਜਾਮ ਦਿਓਸ ਅਰ ਘਟਿਕਾ ਚਾਰ। ਜਦੋਂ ਇੱਕ ਪਹਿਰ ਦਿਨ ਤੇ 4 ਘੜੀਆਂ, ਇੱਕ ਪਹਿਰ 4 ਘੜੀਆਂ ਦਿਨ ਬਾਕੀ ਰਿਹਾ। ਚਮਕੇ ਜਗਮਗ ਪੁੰਜ ਪਹਾੜ। ਇੱਕਦਮ ਕੋਈ ਮਾਤਾ ਜੀ ਚਮਕ ਪੈਦਾ ਹੋਈ ਉੱਥੇ ਨੈਣਾ ਦੇਵੀ ਦੇ ਟਿੱਲੇ ਤੇ ਹੀ ਬੈਠਿਆਂ। ਸਾਰਾ ਆਕਾਸ਼ ਇੱਕ ਵਾਰੀ ਚਮਕ ਦੇ ਨਾਲ, ਪ੍ਰਕਾਸ਼ ਦੇ ਨਾਲ ਭਰ ਗਿਆ। ਕਿਆ ਦਾਮਨ ਕਿਆ ਸੂਰਜ ਚੰਦ। ਮਾਤਾ ਜੀ ਉਹ ਜਿਹੜਾ ਪ੍ਰਕਾਸ਼ ਸੀ ਨਾ, ਉਹਦੇ ਪ੍ਰਕਾਸ਼ ਦੇ ਸਾਹਮਣੇ ਕਰੋੜਾਂ ਸੂਰਜ, ਕਰੋੜਾਂ ਬਿਜਲੀਆਂ ਦਾ ਪ੍ਰਕਾਸ਼ ਮੱਧਮ ਪ੍ਰਤੀਤ ਹੁੰਦਾ ਸੀ। ਐਸਾ ਪ੍ਰਕਾਸ਼ ਸੀ ਮਾਤਾ ਜੀ। ਦਮਕਿਓ ਬਦਨ ਪ੍ਰਕਾਸ਼ ਬਿਲੰਦ। ਕਹਿੰਦੇ ਜਿਵੇਂ ਕੋਈ ਮਹਾਨ ਕਰੋੜਾਂ ਬਿਜਲੀਆਂ ਚਮਕ ਗਈਆਂ ਹੋਣ, ਏਦਾਂ ਚਮਕ ਹੋਈ। ਲੋਚਨ ਮੀਚ ਪਇਓ ਮੈਂ ਠਾਂਡੋ। ਉਸ ਮਹਾਪ੍ਰਕਾਸ਼ ਸਰੂਪ ਦੇ ਸਨਮੁਖ ਹੱਥ ਜੋੜ ਕੇ ਨੇਤਰ ਮੁੰਦ ਕੇ ਮੈਂ ਖਲੋ ਗਿਆ। ਨਿਰਖਤ ਰੂਪ ਪ੍ਰੇਮ ਔਰ ਬਾਡੋ।
ਔਰ ਉਸ ਪ੍ਰਕਾਸ਼ ਰੂਪ ਨੂੰ ਵੇਖ ਕੇ ਮੇਰੇ ਹਿਰਦੇ 'ਚ ਭਾਰੀ ਪ੍ਰੇਮ ਉਤਪਨ ਹੋਇਆ। ਬੋਲੀ ਹਸਤ ਮੀਚ ਗਰ ਜਾਨੀ। ਕਹਿੰਦੇ ਉਸ ਪ੍ਰਕਾਸ਼ ਵਿੱਚੋਂ ਆਵਾਜ਼ ਆਈ। ਆਵਾਜ਼ ਇਹ ਆਈ, ਕਹਿਣ ਲੱਗੇ ਪੰਥ ਸਕੇਸ ਦੀਨ ਬਲ ਖਾਨੀ। ਹੇ ਕਲਗੀਧਰ ਜੀ, ਆਪ ਜੀ ਨੇ ਕੇਸਾ ਧਾਰੀ ਖਾਲਸੇ ਪੰਥ ਦੀ ਸਾਜਨਾ ਕਰਨੀ ਹੈ। ਪੀਛੇ ਉਸਤ ਤੇ ਅਧਿਕ ਪ੍ਰਕਾਸ਼ੀ। ਕਹਿੰਦੇ ਸਨਮੁਖ ਹੋ ਕੇ ਅਸੀਂ ਉਸ ਅਕਾਲ ਪੁਰਖ ਦੀ ਸ਼ਕਤੀ ਦੀ ਉਸਤਤੀ ਗਾਇਨ ਕੀਤੀ, ਉਹਦੀ ਸੋਭਾ ਵਰਣਨ ਕੀਤੀ। ਕਯੋ ਤੇ ਆਏ ਹੈ ਐਹੋ ਪਾਸੀ। ਕਹਿਣ ਲੱਗੀ ਮੈਂ ਤੁਹਾਡੇ ਪੰਥ ਦੇ ਵਿੱਚ ਹੀ ਪ੍ਰਵੇਸ਼ ਕਰਾਂਗੀ। ਉਹ ਸ਼ਕਤੀ ਜੋ ਪ੍ਰਕਾਸ਼ ਰੂਪ ਸ਼ਕਤੀ ਸੀ, ਉਹਨੇ ਕਿਹਾ ਜਿਹੜਾ ਖਾਲਸਾ ਤੁਸੀਂ ਸਾਜਣਾ ਉਹਦੇ ਵਿੱਚ ਮੈਂ ਪ੍ਰਵੇਸ਼ ਕਰਾਂਗੀ, ਆਵਾਂਗੀ। ਚੱਖ ਮੀਚੇ ਮੀਚ ਹੋਏ ਜਾਊ। ਕਹਿੰਦੇ ਇਸ ਪ੍ਰਕਾਰ ਦੇ ਨਾਲ ਕਹਿੰਦੇ ਮੈਂ ਨੇਤਰਾਂ ਵਿੱਚ ਉਸ ਸ਼ਕਤੀ ਦੇ ਪ੍ਰਕਾਸ਼ ਨੂੰ ਵਸਾਇਆ, ਸਤਕਾਰ ਵਜੋਂ ਹਿਰਦੇ 'ਚ ਵਸਾਇਆ। ਪੀਛੇ ਪੰਥ ਬੀਚ ਨਿਕਸਾਉ। ਕਿ ਮੈਂ ਤੁਹਾਡੇ ਪੰਥ ਦੇ ਵਿੱਚ ਪ੍ਰਵੇਸ਼ ਕਰਕੇ ਪ੍ਰਕਾਸ਼ਾਂਗੀ। 40 ਬਰਖ ਤੁਮੇ ਪਛਾਤੀ। ਤੁਹਾਡੇ ਸਰੀਰ ਤਿਆਗਣ ਤੋਂ 40 ਸਾਲ ਬਾਅਦ ਬਿਨ ਸੇ ਤੁਰਕ ਤੇਜ ਇਹਨਾਂ ਬਖਿਆਤੀ। ਤੁਰਕਾਂ ਦਾ ਪ੍ਰਗਟ ਰੂਪ ਦੇ ਵਿੱਚ ਤੇਜ ਬਿਨਸਣਾ ਸ਼ੁਰੂ ਹੋ ਜਾਏਗਾ, ਔਰ ਜਿਹੜਾ ਖਾਲਸਾ ਤੁਸੀਂ ਸਾਜਣਾ ਉਹਦਾ ਪ੍ਰਤਾਪ ਫੈਲੇਗਾ। ਹੋਏ ਤੁਮਾਰੀ ਪੂਰਨ ਆਸ਼ਾ। ਰਾਜ ਖਾਲਸੇ ਹੋਏ ਪ੍ਰਕਾਸ਼ਾ। ਤੁਹਾਡੀ ਆਸਾ ਪੂਰੀ ਹੋਵੇਗੀ, ਤੁਹਾਡੇ ਖਾਲਸੇ ਪੰਥ ਦੇ ਰਾਜ ਦਾ ਪ੍ਰਕਾਸ਼ ਹੋਵੇਗਾ। ਸ਼ਸਤਰ ਕਰਦ ਏਉ ਲੀਜੇ ਮੇਰਾ। ਉਸੇ ਪ੍ਰਕਾਸ਼ ਵਿੱਚੋਂ ਸਾਨੂੰ ਭਗਉਤੀ ਤਲਵਾਰ ਪ੍ਰਾਪਤ ਹੋਈ। ਤੁਮ ਸਹਾਇਤਾ ਹਿਤ ਮੈਂ ਆਉ। ਆਖਿਆ ਮੈਂ ਤੁਹਾਡੀ ਸਹਾਇਤਾ ਵਿੱਚ ਅਕਾਲ ਪੁਰਖ ਜੀ, ਕਿਉਂਕਿ ਅਕਾਲ ਪੁਰਖ ਤੇ ਸ਼ਕਤੀ ਵਿੱਚ ਭੇਦ ਨਹੀਂ ਹੈ। ਅਕਾਲ ਪੁਰਖ ਜੀ ਹਮੇਸ਼ਾ ਤੁਹਾਡੀ ਸਹਾਇਤਾ ਵਿੱਚ ਹਨ। ਲਾਜ ਪੰਥ ਕੀ ਰਾਖ ਵਧਾਉ। ਤੁਹਾਡੇ ਪੰਥ ਦੀ ਲਾਜ ਅਕਾਲ ਪੁਰਖ ਨੂੰ ਹੈ, ਕਿਉਂਕਿ ਜਿਹੜਾ ਪੰਥ ਤੁਸੀਂ ਸਾਜਣਾ ਇਹ ਅਕਾਲ ਪੁਰਖ ਦਾ ਪੰਥ ਹੈ। ਇਹਦੀ ਲਾਜ ਵੀ ਅਕਾਲ ਪੁਰਖ ਨੂੰ ਹੈ। ਅਪਰ ਬਾਤ ਕੁਛ ਨਹੀਂ ਬਤਾਉ। ਕਹਿੰਦੇ ਹੋਰ ਬਹੁਤੀ ਬਾਤਾਂ ਮਾਤਾ ਜੀ ਜੋ ਉੱਥੇ ਹੋਈਆਂ ਨੇ ਮੈਂ ਤੁਹਾਨੂੰ ਸਭ ਨਹੀਂ ਦੱਸ ਸਕਦਾ, ਟੂਕ ਮਾਤਰ ਕੇਵਲ ਇਹ ਬਿਆਨ ਕਰਕੇ ਦੱਸਦਾ ਹਾਂ। ਆਦ ਸ਼ਕਤ ਵਰਜਿਓ ਸਦਾ ਛਪਾਉ। ਉਹ ਜੋ ਖੇਡਾਂ ਨੇ ਮਾਤਾ ਜੀ ਆਉਣ ਵਾਲੇ ਸਮੇਂ 'ਚ ਪ੍ਰਗਟ ਹੋਣੀਆਂ ਨੇ, ਉਹ ਮੈਂ ਸਾਰੀਆਂ ਨਹੀਂ ਹਾਲੇ ਦੱਸ ਸਕਦਾ। ਜਿਵੇਂ ਜਿਵੇਂ ਸਮਾਂ ਬੀਤੇਗਾ ਪ੍ਰਗਟ ਹੋਣਗੀਆਂ। ਗੁਰ ਮਾਇਆ ਕੁਛ ਜਾਏ ਨਾ ਜਾਣਾ। ਸਾਹਿਬ ਜੀ ਦੀ ਮਾਇਆ ਇਹੋ ਜੀ ਪ੍ਰਬਲ ਹੈ। ਮਾਤਾ ਜੀ ਸੁਣ ਰਹੇ ਨੇ, ਪਰ ਗੁਰਦੇਵ ਦੀ ਮਾਇਆ ਐਸੀ ਹੈ ਜਿਹੜੀ ਪ੍ਰਬਲ ਹੈ, ਜਾਣੀ ਨਹੀਂ ਜਾਂਦੀ। ਮਾਇਆ ਤਿਆਗ ਪਇਓ ਮਸਤਾਨਾ। ਸੰਸਾਰ ਵੱਲੋਂ ਨਿਰਾਲੇ ਹੋ ਕੇ ਗੁਰਦੇਵ ਜੀ ਮਸਤ ਹਨ। ਬਦਿਓ ਬੈਰ ਰਾਜਨ ਕੇ ਸੰਗਾ। ਮਾਤਾ ਜੀ ਵੇਖਦੇ ਨੇ ਵੀ ਉਧਰ ਪਹਾੜੀ ਰਾਜਿਆਂ ਨਾਲ ਵੀ ਵੈਰ ਵੱਧ ਚੁੱਕਾ ਹੈ। ਲਰੇ ਸਿੰਘ ਮਨ ਭਾਵਤ ਜੰਗਾ। ਜੰਗ ਪਹਿਲਾਂ ਵੀ ਹੋਏ ਨੇ ਤੇ ਹੁਣ ਵੀ ਇਹਨਾਂ ਦੇ ਮਨ ਨੂੰ ਜੰਗ ਯੋਧੀ ਭਾਉਂਦੇ ਹਨ। ਕੇਤਕ ਦਿਨ ਮੈਂ ਕੇਸ਼ਵ ਦਾਸ। ਮਹਾਰਾਜ ਜੀ ਦੱਸ ਰਹੇ ਨੇ ਕਿ ਮਾਤਾ ਜੋ ਕੇਸ਼ਵ ਦਾਸ ਤਾਂ ਉਦੋਂ ਤਾਂ ਉੱਡ ਗਿਆ, ਮੁੜ ਕੇ ਕਈ ਦਿਨ ਦਿਸਿਆ ਨਹੀਂ। ਕਈ ਦਿਨਾਂ ਬਾਅਦ ਫਿਰ ਉਹ ਸਾਡੇ ਕੋਲ ਆਇਆ। ਕੁਛ ਕਲਾਜੀ ਆਇਓ ਹਮ ਪਾਸ। ਉਹ ਸ਼ਰਮ ਜੀਆਂ ਦੀਆਂ ਅੱਖਾਂ ਲੈ ਕੇ ਸਾਡੇ ਕੋਲ ਚੱਲ ਕੇ ਆਇਆ। ਕਯੋ ਤਿਸੈ ਤੁਵ ਕਰੁਣਾ ਪਾਏ। ਤੇ ਉਸ ਵੇਲੇ ਜਦੋਂ ਕੇਸ਼ਵ ਦਾਸ ਆਇਆ ਸੀ ਉਹਦੇ ਨਾਲ ਗੱਲਬਾਤ ਕੀਤੀ। ਜਥਾ ਮੰਤਰ ਬਿਦ ਦਈ ਸਿਖਾਏ। ਅਸੀਂ ਆਖਿਆ ਕੇਸ਼ਵ ਦਾਸ ਜੀ ਤੁਸੀਂ ਦੇਵੀ ਪ੍ਰਗਟ ਕਰਨ ਵਾਸਤੇ ਆਏ ਸੀ, ਤੁਸੀਂ ਆਪ ਹੀ ਅਲੋਪ ਹੋ ਗਏ। ਦੇਵੀ ਨੇ ਕੀ ਪ੍ਰਗਟ ਹੋਣਾ ਸੀ? ਤੇ ਹੁਣ ਜਦੋਂ ਦੇਵੀ ਪ੍ਰਗਟ ਹੋ ਗਈ ਤੇ ਹੁਣ ਤੁਸੀਂ ਵੀ ਪ੍ਰਗਟ ਹੋ ਕੇ ਆ ਗਏ ਹੋ। ਭਾਈ ਬਿਦਤ ਬਾਛਤ ਬਰ ਦਇਓ। ਅਸੀਂ ਅਕਾਲ ਪੁਰਖ ਦੀ ਸ਼ਕਤੀ ਨੂੰ ਪ੍ਰਗਟ ਕਰ ਲਿਆ। ਸਾਨੂੰ ਜੋ ਮਨ ਬਾਂਛਤ ਫਲ ਚਾਹੀਦਾ ਸੀ ਪ੍ਰਾਪਤ ਹੋ ਗਿਆ। ਕਾਰਜ ਸਕਲ ਸੰਪੂਰਨ ਪਇਓ। ਸਾਡੇ ਸਾਰੇ ਕਾਰਜ ਪੂਰਨ ਹੋ ਗਏ ਨੇ ਜੋ ਅਸੀਂ ਕਰਨੇ ਸਨ। 1.25 ਲੱਖ ਅਬ ਦੇਹੋ ਧਨ ਕੋ। ਕੇਸ਼ਵ ਦਾਸ ਤੂੰ ਕਹਿੰਦਾ ਸੀ 1.25 ਲੱਖ ਰੁਪਈਆ
ਆ ਭੇਟਾ ਲੈਣੀਆਂ, ਹੁਣ 10 ਸਵਾ ਲੱਖ ਤੇਰਾ ਬਣਦਾ। ਇਮ ਕੈ ਮੇਲਿਓ ਆਪਣੇ ਤਨ ਕੋ। ਕੇਸ਼ੋਦਾਸ ਨੇ ਹੱਥ ਜੋੜ ਕੇ ਖਿਮਾ ਯਾਚਨਾ ਕੀਤੀ, ਆਖਿਆ ਮਹਾਰਾਜ ਕਿਰਪਾ ਕਰੋ, ਜਦੋਂ ਆਪ ਜੀ ਦੇ ਖਾਲਸੇ ਪੰਥ ਦਾ ਰਾਜ ਹੋਵੇ ਮੈਨੂੰ ਸਿੱਖਾਂ ਦੇ ਘਰ ਜਨਮ ਦੇ ਕੇ ਆਪਣਾ ਸਿੱਖ ਬਣਾਇਓ। ਜਿਸ ਥਲ ਹੋਵੇ ਬਾਸ ਹਮਾਰਾ। ਮਹਾਰਾਜ ਜੀ ਨੇ ਆਖਿਆ ਜਿੱਥੇ ਸਾਡਾ ਵਾਸਾ ਹੋਵੇਗਾ ਦਿਓ ਤਿਸੀ ਥਲ ਬਾਸ ਤੁਮਾਰਾ। ਆਖਿਆ ਕੇਸ਼ੋਦਾਸ ਤੈਨੂੰ ਵੀ ਸਿੱਖਾਂ ਦੇ ਘਰ ਵਿੱਚ ਜਨਮ ਪ੍ਰਾਪਤ ਹੋ ਜਾਏਗਾ। ਰੋਏ ਪ੍ਰਥਮ ਪੁਨ ਦਿਜ ਬਰ ਪਾਖਾ। ਤੋ ਇਸ ਪ੍ਰਕਾਰ ਨਾਲ ਦਿਜਬਰ ਨਾਲ ਇਹ ਗੱਲਾਂ ਹੋਈਆਂ। ਮੋਇਆ ਬਿਲਾਖ ਸਾਚ ਤੁਮ ਪਾਖਾ। ਤੇਰੀ ਜਿਹੜੀ ਅਭਿਲਾਖਾ ਹੈ ਸਿੱਖਾਂ ਦੇ ਘਰ ਜਨਮ ਲੈਣ ਦੀ ਉਹ ਪੂਰੀ ਹੋਵੇਗੀ ਕੇਸ਼ੋਦਾਸ। ਬੌਰ ਬਿਪਰ ਜੈਸੇ ਮਿਲ ਗਿਨਾ। ਕਹਿੰਦੇ ਉਸ ਬ੍ਰਾਹਮਣ ਨਾਲ ਮਿਲ ਕੇ ਜਦੋਂ ਗੱਲਬਾਤ ਹੋਈ ਮੁੜ ਕੇ ਉਹ ਕੇਸ਼ੋਦਾਸ ਬਿਨਾਂ ਮਿਲਿਆ ਪਤਾ ਨਹੀਂ ਕਿੱਥੇ ਚਲਾ ਗਿਆ। ਕਲਗੀਧਰ ਜੀ ਕਹਿੰਦੇ ਮਾਤਾ ਜੀ ਮੁੜ ਉਹਦਾ ਪਤਾ ਨਹੀਂ ਲੱਗਾ। ਗਿਆ ਕਹੂੰ ਕਿਨ ਸੁਨਾ ਨਾ ਗਨਾ। ਕਿੱਧਰ ਗਿਆ ਇਹ ਨਹੀਂ ਪਤਾ ਲੱਗਾ, ਨਾ ਕਿਸੇ ਨੇ ਸੁਣਿਆ ਨਾ ਵੇਖਿਆ ਉਹਨੂੰ ਜਾਂਦੇ ਨੂੰ। ਸੁਨ ਜਨਨੀ ਹੋਈ ਬਿਦ ਜੈਸੀ। ਕਲਗੀਧਰ ਜੀ ਮਾਤਾ ਜੀ ਕਲਗੀਧਰ ਜੀ ਕਹਿੰਦੇ ਮਾਤਾ ਜੀ ਇਹ ਵਿਧੀ ਸਾਰੀ ਹੋਈ ਆ ਉੱਥੇ। ਵਰਣਨ ਕਰੀ ਤੋਏ ਸੰਗ ਤੈਸੀ। ਤੁਹਾਡੇ ਕੋਲ ਅਸੀਂ ਇਹ ਸਾਰੀ ਵਿਧੀ ਵਰਣਨ ਕਰਕੇ ਦੱਸ ਦਿੱਤੀ ਹੈ। ਕੁਛ ਸੰਦੇ ਨਹੀਂ ਮਨ ਰਾਖੋ। ਇਹਦੇ ਪ੍ਰਤੀ ਆਪਣੇ ਮਨ 'ਚ ਤੁਸੀਂ ਕਿਸੇ ਪ੍ਰਕਾਰ ਦਾ ਸੰਦੇਹ, ਕਿਸੇ ਵੀ ਪ੍ਰਕਾਰ ਦਾ ਸੰਸਾ ਤੁਸੀਂ ਮਨ 'ਚ ਨਾ ਰੱਖੋ। ਲੋਕ ਜਿਹੜੇ ਹੁੰਦੇ ਆ ਗੱਲਾਂ ਕਰਨ ਵਾਲੇ ਬਹੁਤ ਹੁੰਦੇ ਨੇ, ਆਲੋਚਕ ਵੀ ਸੰਸਾਰ ਦੇ ਵਿੱਚ ਹੁੰਦੇ ਨੇ, ਉਹਨਾਂ ਦੇ ਜਿੰਨੇ ਮੂੰਹ ਨਾਲ ਬਾਤਾਂ ਕਰਨੀਆਂ ਹਨ ਤੇ ਕਿਸੇ ਦੇ ਕਹਿਣ ਤੇ ਆਪਣੇ ਮਨ 'ਚ ਸੰਦੇਹ ਨਹੀਂ ਰੱਖੀਦਾ। ਅਸਲ ਖੇਡ ਵੈਸੇ ਗੁਪਤ ਰੱਖਣ ਵਾਲੀ ਸੀ, ਪਰ ਮਾਤਾ ਜੀ ਤੁਹਾਡੇ ਪੁੱਛਣ ਤੇ ਅਸੀਂ ਦੱਸਿਆ ਕਿ ਵਾਕਈ ਅਸੀਂ ਵਾਹਿਗੁਰੂ ਦੀ ਉਸ ਪ੍ਰਕਾਸ਼ ਰੂਪ ਸ਼ਕਤੀ ਨੂੰ ਪ੍ਰਗਟ ਕੀਤਾ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਕਲਗੀਧਰ ਜੀ ਨੇ ਆਪਣੀ ਹੀ ਸ਼ਕਤੀ ਨੂੰ ਆਪਣੇ ਅੰਦਰੋਂ ਪ੍ਰਚੰਡ ਕੀਤਾ, ਕਿਉਂਕਿ ਕਲਗੀਧਰ ਆਪ ਪਰਮੇਸ਼ਵਰ ਨੇ ਤੇ ਆਪਣੀ ਸ਼ਕਤੀ ਨੂੰ ਹੀ ਆਪਣੇ ਅੰਦਰੋਂ ਪ੍ਰਚੰਡ ਕੀਤਾ ਔਰ ਸਿੱਖਾਂ ਵਾਸਤੇ ਪ੍ਰੇਰਨਾ ਕੀਤੀ ਹੈ। ਗੁਰਸਿੱਖੋ ਸਭ ਕੁਝ ਇਸੇ ਘਰ ਵਿੱਚ ਹੀ ਹੈ, ਪਰ ਉਹਦੇ ਲਈ ਸਾਧਨਾ ਕਰਨੀ ਪੈਂਦੀ ਹੈ। ਕਲਗੀਧਰ ਨੂੰ 10-11 ਮਹੀਨੇ ਸਾਧਨਾ ਕਰਨ ਦੀ ਲੋੜ ਨਹੀਂ ਹੈ, ਉਹ ਤਾਂ ਆਪ ਪਰਮੇਸ਼ਵਰ ਨੇ। ਉਹ ਤਾਂ ਸਾਡੇ ਲਈ ਪ੍ਰੇਰਨਾ ਕਰ ਰਹੇ ਨੇ ਕਿ ਜੇ ਆਪਣੇ ਅੰਦਰ ਦੀ ਉਸ ਚੇਤਨਤਾ ਨੂੰ ਜਗਾਉਣਾ ਹੈ, ਆਪਣੇ ਅੰਦਰ ਦੇ ਉਸ ਸਵਰੂਪ ਨੂੰ ਤੁਸੀਂ ਜਾਣਨਾ, ਸਾਖਸ਼ਾਤਕਾਰ ਕਰਨਾ, ਤੇ ਉਹਦੇ ਲਈ ਸਾਧਨਾ ਕਰਨੀ ਪੈਣੀ। ਥੋੜਾ ਖਾਣਾ, ਥੋੜਾ ਸਵਣਾ, ਬ੍ਰਹਮਚਰਜ ਦੀ ਬਿਰਤਿਆ ਵੀ ਉਹ ਵੀ ਇਸ ਪ੍ਰਕਾਰ ਨਾਲ ਵਿਕਾਰਾਂ ਦੇ ਪ੍ਰਤਿਆਗੀ ਹੋਣਾ, ਉਹ ਤਾਂ ਜਾ ਕੇ ਅੰਦਰ ਦੀ ਖੇਡ ਜਿਹੜੀ ਹੈ ਉਹ ਪ੍ਰਗਟ ਹੁੰਦੀ ਹੈ। ਇਹ ਗੁਪਤ ਖੇਡ ਮਹਾਰਾਜ ਕਲਗੀਧਰ ਜੀ ਕਹਿੰਦੇ ਮਾਤਾ ਜੀ ਦੱਸਣ ਯੋਗ ਨਹੀਂ ਸੀ, ਪਰ ਤੁਸੀਂ ਹੱਠ ਕਰਕੇ ਪੁੱਛਿਆ ਤਾਂ ਦੱਸੀ ਹੈ। ਲੋਕ ਕੀ ਨੇ? ਲੋਕ ਤਾਂ ਅੱਜ ਕੁਝ ਕਹਿੰਦੇ ਨੇ, ਕੱਲ ਨੂੰ ਕੁਝ ਹੋਰ ਆਖਣਗੇ। ਉਹੀ ਲੋਕ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਕਹਿੰਦੇ ਸਨ ਕਿ ਜੀ ਉਹਨਾਂ ਨੇ ਕੁੱਤੇ ਰੱਖ ਲਏ ਨੇ, ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ, ਕੌਲਾਂ ਨੂੰ ਦਾਸੀ ਬਣਾ ਕੇ ਰੱਖਿਆ, ਪੈਂਦੇ ਖਾਂ ਨੂੰ ਆਪਣੇ ਕੋਲ ਰੱਖਦੇ ਨੇ। ਇਹ ਉਹੀ ਲੋਕ ਨੇ ਮਾਤਾ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਵੀ ਕੁਝ ਭੱਦੇ ਸ਼ਬਦ ਵਰਤੇ ਸਨ। ਤੇ ਇਹਨਾਂ ਦੇ ਗੱਲਾਂ ਦੀ ਪਰਵਾਹ ਨਾ ਕਰੋ, ਆਪਣਾ ਜਿਹੜਾ ਨਿਸ਼ਾਨਾ ਹੈ ਉਸ ਨਿਸ਼ਾਨੇ ਵੱਲ ਵੱਧ ਕੇ ਚੱਲਣਾ ਹੈ। ਸੰਦੇਹ ਨਹੀਂ ਰੱਖਣਾ ਮਨ 'ਚ, ਕਿਸੇ ਵੀ ਪ੍ਰਕਾਰ ਦਾ ਸੰਸਾ ਨਹੀਂ ਕਰਨਾ। ਪ੍ਰਗਟੇ ਪੰਥ ਮੈਦ ਅਭਿਲਾਖੋ। ਸਾਡੇ ਮਨ 'ਚ ਇੱਕ ਵੱਡੀ ਅਭਿਲਾਖਾ ਇਹੀ ਹੈ ਕਿ ਮੇਰਾ ਪੰਥ ਪ੍ਰਗਟ ਹੋਵੇ, ਇਹ ਖਾਲਸਾ ਪੰਥ ਪ੍ਰਗਟ ਹੋਵੇ ਔਰ ਇਹ ਦਿਨ ਪ੍ਰਤੀ ਦਿਨ ਇਹਦਾ ਪ੍ਰਤਾਪ ਵਧੇ। ਕਲਗੀਧਰ ਜੀ ਕਹਿੰਦੇ ਸਾਡੀ ਇਹ ਮਨਸਾ ਹੈ ਕਿ ਖਾਲਸਾ ਪੰਥ ਪ੍ਰਗਟ ਹੋਵੇ, ਦਿਨ ਪ੍ਰਤੀ ਦਿਨ ਇਹਦਾ ਵਾਧਾ ਹੋਵੇ। ਸ਼੍ਰੀ ਗੁਜਰੀ ਸੁਨ ਕੈ ਸੁਤ ਬੈਨ। ਕਲਗੀਧਰ ਜੀ ਦੇ ਪਵਿੱਤਰ ਅੰਮ੍ਰਿਤ ਬਚਨ ਸਤਿਕਾਰਯੋਗ ਮਾਤਾ ਗੁਜਰੀ ਜੀ ਨੇ ਸੁਣੇ। ਨਿਸ਼ਚਲ ਮਨ ਕਰ ਗਮਨੀਐ। ਆਪਣੇ ਮਨ ਨੂੰ ਨਿਸ਼ਚਲ ਕਰ ਲਿਆ ਮਾਤਾ ਜੀ ਨੇ ਵੀ ਲੋਕ ਜੋ ਗੱਲਾਂ ਕਰਦੇ ਨੇ ਸਭ ਊਲ ਜਲੂਲ ਹੈ ਉਹਨਾਂ ਦੇ ਬੋਲ, ਜੋ ਵਾਸਤਵਿਕਤਾ ਹੈ ਉਹ ਮੈਨੂੰ ਕਲਗੀਧਰ ਜੀ ਨੇ ਦੱਸੀ ਹੈ। ਸੁਣ ਕੇ ਮਾਤਾ ਜੀ ਆਪਣੇ ਮਹਿਲਾਂ ਨੂੰ ਚਲੇ ਗਏ
ਆਦ ਸ਼ਕਤ ਬਿਦ ਤਨ ਕੇ ਪਾਛੇ। ਆਦ ਸ਼ਕਤੀ ਜਿਹੜੀ ਪ੍ਰਗਟ ਹੋਈ ਆ ਅਕਾਲ ਪੁਰਖ ਦੀ, ਉਹਦੇ ਪ੍ਰਗਟ ਹੋਣ ਤੋਂ ਬਾਅਦ, ਖਾਲਸੇ ਦੀ ਸਾਜਨਾ ਤੋਂ ਬਾਅਦ, ਏਕ ਦਿਓਸ ਬੈਠੇ ਗੋਰੇ ਆਛੇ। ਇਸੇ ਤਰ੍ਹਾਂ ਇੱਕ ਦਿਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ। ਇੱਕ ਸੋਢੀ ਸਮੀਪ ਤਬ ਬੈਸਾ। ਇੱਕ ਸੋਢੀਆਂ ਦੇ ਪਰਿਵਾਰ ਵਿੱਚੋਂ ਮਹਾਰਾਜ ਜੀ ਦੇ ਪਾਸ ਕੋਈ ਸੱਜਣ ਬੈਠਾ ਸੀ। ਬੂਝਿਓ ਦਿਜ ਬਿਰ ਤੰਤ ਪਾ ਕੈਸਾ। ਉਹਨੇ ਵੀ ਪੁੱਛਿਆ ਮਹਾਰਾਜ, ਉਹ ਕੇਸ਼ੋ ਦਾਸ ਦਾ ਨਹੀਂ ਪਤਾ ਲੱਗਾ ਵੀ ਉਹ ਕਿੱਥੇ ਚਲਾ ਗਿਆ, ਉਹ ਕਿਸ ਪਾਸੇ ਨੂੰ ਰੁਖਸਤ ਹੋ ਗਿਆ। ਮਹਾਰਾਜ ਜੀ ਨੇ ਆਖਿਆ ਵੀ ਕੇਸ਼ੋ ਦਾਸ ਕਿੱਥੇ ਚਲਾ ਗਿਆ, ਉਹ ਦੱਸ ਕੇ ਨਹੀਂ ਗਿਆ ਕਿਸੇ ਨੂੰ, ਪਰ ਜਾਣ ਤੋਂ ਪਹਿਲਾਂ ਉਹਨੇ ਬੇਨਤੀ ਕੀਤੀ ਸੀ, ਮਹਾਰਾਜ ਮੇਰੇ ਤੇ ਕਿਰਪਾ ਕਰਿਓ ਕਿ ਮੈਨੂੰ ਅਗਲਾ ਜਨਮ ਆਪ ਜੀ ਦੇ ਸਿੱਖਾਂ ਦੇ ਘਰ ਵਿੱਚ ਮਿਲੇ। ਇਹ ਕਾਂਖਾ ਉਹਨੇ ਜ਼ਰੂਰ ਪ੍ਰਗਟ ਕੀਤੀ ਸੀ। ਬਾਕੀ ਉਹਦਾ ਜਿਹੜਾ ਪਖੰਡ ਸੀ ਉਹ ਜ਼ਾਹਰ ਹੋ ਹੀ ਚੁੱਕਾ ਸਾਰੇ ਜਗਤ ਵਿੱਚ, ਸਾਰੇ ਸੰਸਾਰ ਵਿੱਚ। ਇਹ ਬਚਨ ਬਿਲਾਸ ਮਹਾਰਾਜ ਗੁਰੂ ਕਲਗੀਧਰ ਜੀ ਦੇ ਹੋਏ ਨੇ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਸਮਤ ਪ੍ਰਦਾਨ ਕਰਨ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁਖ ਜਾਏ, ਜਿਸ ਡਿਠੇ ਸਭ ਦੁਖ ਜਾਏ। ਜਿਸ ਡਿਠੇ ਸਭ ਦੁਖ ਜਾਏ, ਜਿਸ ਡਿਠੇ ਸਭ ਦੁਖ ਜਾਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ